आइकॉन जरूर दबाओ। नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम हैल्थ टॉक में। मैं हाँ तरनजीत कौर घुम्मन। दोस्तों, ਅੱਜ ਹੀ ਅਸੀਂ ਦੇਖ ਕੇ ਹਟੇ ਹਾਂ ਕਿ ਓਨਟਾਰੀਓ ਦੇ ਪ੍ਰੀਮੀਅਰ ਮਿਸਟਰ ਡਕਫੋਰਡ ਦੇ ਵੱਲੋਂ ਐਮਰਜੈਂਸੀ ਦਾ ਜੋ ਐਲਾਨ ਕੀਤਾ ਗਿਆ ਤੇ ਬਾਰ-ਬਾਰ ਲੋਕਾਂ ਨੂੰ ਹਦਾਇਤ ਦਿੱਤੀ ਜਾ ਰਹੀ ਹੈ ਕਿ ਆਪਣੇ ਘਰਾਂ ਵਿੱਚ ਰਹਿਣ ਤੇ ਬਿਨਾਂ ਕਿਸੇ ਜ਼ਰੂਰਤ ਤੋਂ, ਬਿਨਾਂ ਕਿਸੇ ਲੋੜ ਦੇ ਘਰ ਤੋਂ ਬਾਹਰ ਯਾਤਰਾ ਨਾ ਕਰਨ। ਜਿਨ੍ਹਾਂ ਦਾ ਹੋ ਸਕਦਾ ਹੈ ਕੰਮ ਕਰਕੇ, ਜੇ ਘਰ ਵਿੱਚ ਬੈਠ ਕੇ ਕਰ ਸਕਦੇ ਹੋ ਤਾਂ ਕੋਸ਼ਿਸ਼ ਕਰੋ ਕਿ ਘਰ ਵਿੱਚ ਬੈਠ ਕੇ ਹੀ ਆਪਣਾ ਕੰਮ ਕਰੋ ਤੇ ਬਿਨਾਂ ਕਿਸੇ ਜ਼ਰੂਰਤ ਦੇ ਘਰ ਤੋਂ ਬਾਹਰ ਨਾ ਜਾਵੋ ਤਾਂ ਕਿ ਕਰੋਨਾ ਵਾਇਰਸ ਤੋਂ ਬਚਾਅ ਹੋ ਸਕੇ। ਆਖਿਰਕਾਰ ਇੰਨੀ ਜ਼ਿਆਦਾ ਸਖਤੀ ਦੀ ਲੋੜ ਕਿਉਂ ਪਈ? ਕਰੋਨਾ ਵਾਇਰਸ ਦੇ ਜਿਹੜੇ ਨਵੇਂ ਸਟ੍ਰੇਨ ਸਾਹਮਣੇ ਆ ਰਹੇ ਨੇ ਕਿੰਨੇ ਕੁ ਜ਼ਿਆਦਾ ਖਤਰਨਾਕ ਹੋ ਸਕਦੇ ਨੇ ਤੇ ਵੈਕਸੀਨ ਦੇ ਬਾਰੇ ਵਿੱਚ ਵੀ ਅਸੀਂ ਅੱਜ ਗੱਲਬਾਤ ਕਰਾਂਗੇ ਪ੍ਰੋਗਰਾਮ ਹੈਲਥ ਟਾਕ ਦੇ ਵਿੱਚ। ਇਸ ਤੋਂ ਇਲਾਵਾ ਤੁਹਾਡਾ ਕੋਈ ਸਵਾਲ ਹੈਗਾ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕਰੋਨਾ ਵਾਇਰਸ, ਵੈਕਸੀਨ ਤੇ ਨਵੇਂ ਸਟ੍ਰੇਨ ਦੇ ਬਾਰੇ ਵਿੱਚ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਡਾਕਟਰ ਹਰਪ੍ਰੀਤ ਸਿੰਘ ਬਜਾਜ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਜੀ ਤਰਨਜੀਤ ਜੀ, ਸਤਿ ਸ਼੍ਰੀ ਅਕਾਲ ਤੇ ਸਾਰੇ ਦਰਸ਼ਕਾਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਨਵੇਂ ਸਾਲ ਦੀਆਂ ਵਧਾਈਆਂ ਨੇ। ਜੇ ਆਪਾਂ ਪਿਛਲੇ ਹਫਤੇ ਜਿਨ੍ਹਾਂ ਨੇ ਨਹੀਂ ਦੇਖਿਆ ਹੋਣਾ, ਸਾਰਿਆਂ ਨੂੰ ਨਵੇਂ ਸਾਲ ਦੀਆਂ ਫਿਰ ਵਧਾਈਆਂ ਨੇ। ਬਿਲਕੁਲ ਜੀ ਸਰ, ਕੀ ਹਾਲ ਚਾਲ ਨੇ ਤੁਹਾਡੇ? ਠੀਕ ਹੈ ਜੀ, ਮੇਰਾ ਹਾਲ ਠੀਕ ਹੈਗਾ। ਮੈਂ ਖਿਆਲ ਕਰ ਰਿਹਾ ਹੈਗਾ। ਮੈਂ ਵੀ ਹੁਣ ਪੇਸ਼ੈਂਟ ਜਿਹੜੇ ਹੈਗੇ ਨੇ ਉਹਨਾਂ ਨੂੰ ਕਿਹਾ ਹੈਗਾ ਵੀ ਆਪਾਂ ਫੋਨ ਤੇ ਹੀ ਆਪਣੀ ਅਪਾਇੰਟਮੈਂਟ ਰੱਖਾਂਗੇ ਹਲੇ ਵਾਸਤੇ, ਕਿਉਂਕਿ ਇਮਰਜੈਂਸੀ ਜਿਹੜੀ ਡਿਕਲੇਅਰ ਕੀਤੀ ਹੈਗੀ ਹੈ ਆਪਣੇ ontario ਦੇ ਪ੍ਰੀਮੀਅਰ ਨੇ, ਉਹਦੇ ਜਿਹੜੇ ਰੂਲਸ ਹੈਗੇ ਨੇ ਉਹ ਫੋਲੋ ਕਰਨੇ ਸਾਰਿਆਂ ਵਾਸਤੇ ਜ਼ਰੂਰੀ ਹੈਗੇ ਨੇ। ਤੇ ਇਸ ਲਈ ਆਪਾਂ ਵੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਧਿਆਨ ਰੱਖ ਰਹੇ ਹੈਗੇ ਹੋ ਤਰਨਜੀਤ ਜੀ ਆਪਣੇ ਸਟੂਡੀਓ ਵਿੱਚ? ਬਿਲਕੁਲ ਸਰ, ਸਟੂਡੀਓ ਦੇ ਵਿੱਚ ਅਸੀਂ ਖਾਸ ਤੌਰ ਤੇ ਸੈਂਟਰ ਦੇ ਵਿੱਚ ਇੱਕ ਲਗਾਈ ਹੋਈ ਆ, ਸ਼ੀਲਡ ਲਗਾਈ ਹੋਈ ਆ ਤੇ ਮੇਰਾ ਜਿਹੜਾ ਇਸ ਤੋਂ ਪਹਿਲਾਂ ਪ੍ਰੋਗਰਾਮ ਹਟਿਆ, ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜੇ ਅਸੀਂ ਗੈਸਟ ਬੈਠੇ ਵੀ ਹਾਂ, ਆਊਟਸਾਈਡਰ ਵੈਸੇ ਕੋਈ ਅਲਾਉਡ ਨਹੀਂ ਹੈ, ਪਰ ਜਿਵੇਂ ਸਾਡੇ ਨਾਲ ਹੀ ਸਟਾਫ ਮੈਂਬਰ ਸਮਟਾਈਮਸ ਕੋਈ 2 ਜਣਿਆਂ ਨੇ ਸਟੂਡੀਓ ਵਿੱਚ ਪ੍ਰੋਗਰਾਮ ਕਰਨਾ ਹੁੰਦਾ ਤਾਂ ਸੈਂਟਰ ਦੇ ਵਿੱਚ ਇੱਕ ਸ਼ੀਲਡ ਲਗਾਈ ਹੋਈ ਆ। ਹਾਲਾਂਕਿ ਦਰਸ਼ਕਾਂ ਨੂੰ ਪਤਾ ਨਹੀਂ ਲੱਗਦਾ, ਪਰ ਉਹ ਸ਼ੀਲਡ ਦੇ ਥਰੂ ਹੀ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ। ਬਹੁਤ ਅੱਛੀ ਗੱਲ ਹੈ ਜੀ। ਜ਼ਰੂਰੀ ਹੈ ਵੀ ਸਾਰੇ ਦਰਸ਼ਕ ਜਿਹੜੇ ਹੈਗੇ ਨੇ ਇਹ ਸੋਚਣ ਕਿ ਬਈ ਆਪਣੇ ਘਰ ਤੋਂ ਬਾਹਰ ਨਹੀਂ ਜਾਣਾ। ਜਿਵੇਂ ਪ੍ਰੀਮੀਅਰ ਫੂਡ ਨੇ ਕਿਹਾ ਗਿਆ ਸਟੇ ਹੋਮ। ਜਿਵੇਂ ਆਪਾਂ ਮਾਰਚ ਵਿੱਚ, ਅਪ੍ਰੈਲ ਵਿੱਚ ਜਿਵੇਂ ਇੱਕਦਮ ਵਾਇਰਸ ਦੇ ਇਨਫੈਕਸ਼ਨ ਨੂੰ ਠੰਡਾ ਕਰਤਾ ਸੀਗਾ, ਉਵੇਂ ਹੀ ਕਰਨ ਦੀ ਲੋੜ ਹੈਗੀ ਹੈ, ਕਿਉਂਕਿ ਇਨਫੈਕਸ਼ਨ ਹੁਣ ਮਾਰਚ ਅਪ੍ਰੈਲ ਤੋਂ ਵੀ ਬਹੁਤ ਜ਼ਿਆਦਾ ਵਿਗੜ ਗਿਆ ਹੈਗਾ ਤੇ ਇਸ ਲਈ ਉਹਨਾਂ ਨੂੰ ਉਹੋ ਜਿਹੀ ਹੀ ਆਪਾਂ ਨੂੰ ਰੋਕਥਾਮ, ਪ੍ਰੀਵੈਂਸ਼ਨ ਦੀ ਜ਼ਰੂਰਤ ਹੈ। ਬਿਲਕੁਲ ਸਰ, ਤੁਸੀਂ ਦੱਸਿਆ ਹੁਣੀ ਗੱਲ ਕੀਤੀ ਹੈ, ਤੁਸੀਂ ਵਰਡ ਯੂਜ਼ ਕੀਤਾ ਕਿ ਮਾਰਚ ਅਪ੍ਰੈਲ ਤੋਂ ਵੀ ਜ਼ਿਆਦਾ ਸਥਿਤੀ ਖਰਾਬ ਹੋ ਚੁੱਕੀ ਆ। ਜਦੋਂ ਫਸਟ ਵੇਵ ਸੀ, ਕਿਸੇ ਨੂੰ ਇਹਦੀ ਨੌਲੇਜ ਨਹੀਂ ਸੀ, ਕੋਈ ਜਾਣਕਾਰੀ ਨਹੀਂ ਸੀ, ਉਸ ਵੇਲੇ ਮਾਮਲੇ ਇੰਨੇ ਜ਼ਿਆਦਾ ਨਹੀਂ ਵਧੇ। ਹੁਣ ਤਾਂ ਲਗਭਗ ਸਭ ਨੂੰ ਪਤਾ ਲੱਗ ਚੁੱਕਿਆ ਕਿ ਕਰੋਨਾ ਵਾਇਰਸ ਨਾਮ ਦੀ ਇੱਕ ਵਾਇਰਸ ਹੈਗਾ ਹੈ ਜਿਹੜਾ ਜਾਨਲੇਵਾ ਹੈਗਾ, ਛੂਤ ਦਾ ਹੈ, ਕਿਸੇ ਨੂੰ ਵੀ ਹੋ ਸਕਦਾ ਜੇ ਆਪਾਂ ਕਿਸੇ ਦੇ ਇਹੋ ਜਿਹੇ ਪੇਸ਼ੈਂਟ ਦੇ ਸੰਪਰਕ ਵਿੱਚ ਆਉਂਦੇ ਹਾਂ। ਖਾਸ ਹਦਾਇਤਾਂ ਰੱਖਣ ਦੀ ਲੋੜ ਹੈ। ਕਿਹੜੀਆਂ ਹਦਾਇਤਾਂ ਰੱਖਣੀਆਂ ਉਹ ਵੀ ਸਭ ਨੂੰ ਪਤਾ, ਪਰ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਮਾਮਲੇ ਵੱਧ ਰਹੇ ਨੇ। ਜੀ ਬਿਲਕੁਲ, ਇੱਕ ਤਰ੍ਹਾਂ ਨਾਲ ਤੁਸੀਂ ਕਹੋ ਤਾਂ ਸਾਇੰਸ ਸਾਨੂੰ ਹੋਰ ਜ਼ਿਆਦਾ ਦੱਸਦੀ ਹੈਗੀ ਹੈ। ਪਿਛਲੇ 9 ਮਹੀਨਿਆਂ ਵਿੱਚ, 10 ਮਹੀਨਿਆਂ ਵਿੱਚ ਆਪਾਂ ਨੂੰ ਹੋਰ ਜ਼ਿਆਦਾ ਕਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਬਾਰੇ ਵੀ ਪਤਾ ਲੱਗਿਆ, ਉਹਦੀ ਟ੍ਰੀਟਮੈਂਟ ਦੇ ਬਾਰੇ ਵੀ ਪਤਾ ਲੱਗਿਆ ਹੈਗਾ। ਪਰ ਈਵਨ ਦੋ ਸਾਰਾ ਕੁਝ ਸਾਨੂੰ ਪਤਾ ਹੈਗਾ, ਫਿਰ ਵੀ ਇਹ ਇਨਫੈਕਸ਼ਨ ਦੇ ਰੇਟ ਜਿਹੜੇ ਹੈਗੇ ਨੇ ਉਹ ਵਧੀ ਜਾ ਰਹੇ ਨੇ। ਤੇ ਇਹਦੇ ਕਈ ਕਾਰਨ ਹੈਗੇ ਨੇ। ਇੱਕ ਕਾਰਨ ਤਾਂ ਮੇਰੇ ਖਿਆਲ ਇਹ ਵੀ ਹੈਗਾ ਹੈ ਵੀ ਲੋਕੀ ਥੱਕ ਚੁੱਕੇ ਨੇ ਪੈਂਡੈਮਿਕ ਤੋਂ, ਆਪਣੀ ਨੋਰਮਲ ਜ਼ਿੰਦਗੀ ਜੀਣਾ ਚਾਹੁੰਦੇ ਹੈਗੇ ਨੇ। ਸੋ ਇਹ ਇੱਕ ਮੇਨ ਕਾਰਨ ਹੈਗਾ। ਦੂਸਰਾ ਮੇਨ ਕਾਰਨ ਮੇਰਾ ਖਿਆਲ ਇਹ ਵੀ ਰਿਹਾ ਹੈਗਾ ਕਿ ਹੌਲੀਡੇਜ਼ ਜਦੋਂ ਆਉਂਦੀਆਂ ਹੈਗੀਆਂ ਨੇ, ਕ੍ਰਿਸਮਸ, ਨਿਊ ਈਅਰ, ਉਦੋਂ ਲੋਕੀ ਇਕੱਠ ਹੁੰਦੇ ਹੈਗੇ ਨੇ। ਛੁੱਟੀਆਂ ਜਦੋਂ ਹੁੰਦੀਆਂ ਹੈਗੀਆਂ ਨੇ, ਇਹ ਵੀ ਮੇਨ ਇੱਕ ਕਾਰਨ ਰਿਹਾ ਹੈਗਾ। ਤੀਸਰਾ ਕਾਰਨ ਜਿਹੜਾ ਹੈਗਾ ਸਟ੍ਰੇਨ, ਜਿਹੜੇ ਡਿਫਰੈਂਟ ਮਿਊਟੇਸ਼ਨ ਜਿਨ੍ਹਾਂ ਦੀ ਆਪਾਂ ਗੱਲ ਕਰ ਸਕਦੇ ਜੀ। ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਸਾਡੇ ਨਾਲ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜਿਹੜੇ ਤੁਸੀਂ ਦੱਸਦੇ ਸਟੇਟ ਆਫ ਐਮਰਜੈਂਸੀ, ਮਤਲਬ ਮੈਨੂੰ ਦੱਸੋ ਕੀ ਹੈ? ਜੀ ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਦੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਇਲਾਵਾ ਤੁਹਾਡਾ ਕੋਈ ਹੈਲਥ ਸੰਬੰਧੀ ਕੋਈ ਸਵਾਲ ਹੈ? ਨਹੀਂ, ਸਵਾਲ ਤਾਂ ਮੇਰਾ ਕੋਈ ਨਹੀਂ, ਬਸ ਸਟੇਟ ਆਫ ਐਮਰਜੈਂਸੀ ਦਾ ਮਤਲਬ ਮੈਨੂੰ ਬਤਾ ਦਿਓ। ਜੀ ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ।
ਸਟੇਟ ਆਫ ਐਮਰਜੈਂਸੀ ਦਾ ਮਤਲਬ ਹੈ ਕਿ ਹਾਲਾਤ ਇਸ ਵਕਤ ਬੇਕਾਬੂ ਹੋ ਰਹੇ ਨੇ ਤੇ ਬਹੁਤ ਜ਼ਿਆਦਾ ਇੱਥੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ, ਜਿੰਨਾ ਕਿ ਇਹਦਾ ਅਸੀਂ ਪੋਲੀਟੀਕਲ ਲੈਂਗੁਏਜ ਦੇ ਵਿੱਚ ਇਹਦਾ ਅਸੀਂ ਜੇ ਅਨੁਵਾਦ ਕਰੀਏ ਤਾਂ ਇਹ ਹੋ ਸਕਦਾ। ਬਾਕੀ ਇਸ ਵਕਤ ਜਿਹੜਾ ਮੈਡੀਕਲੀ ਕੰਡੀਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਬਾਰੇ ਵਿੱਚ ਸਾਨੂੰ ਡਾਕਟਰ ਬਜਾਜ ਜ਼ਿਆਦਾ ਬੈਟਰ ਵੇ ਨਾਲ ਦੱਸ ਸਕਦੇ ਨੇ। ਸਰ, ਇਸ ਵਕਤ ਮੈਡੀਕਲੀ ਗੱਲ ਕੀਤੀ ਜਾਵੇ ਤਾਂ ਕਿਹੜੀ ਐਮਰਜੈਂਸੀ ਇਸ ਵਕਤ ਡਿਕਲੇਅਰ ਕੀਤੀ ਗਈ ਹੈ? ਜੀ ਬਿਲਕੁਲ, ਜਿਵੇਂ ਮਾਰਚ ਅਪ੍ਰੈਲ ਵਿੱਚ ਕਿਹਾ ਸੀਗਾ ਵੀ ਘਰ ਰਹੋ, ਤਾਂ ਹੀ ਆਪਾਂ ਬਚ ਸਕਦੇ ਹੈਗੇ ਆ। ਆਪਾਂ ਨੂੰ ਸੋਚਣ ਦੀ ਜ਼ਰੂਰਤ ਹੈਗੀ ਹੈ ਕਿ ਜਿਹੜੇ ਵੀ ਲੋਕ ਆਪਾਂ ਸਾਹਮਣੇ ਨਜ਼ਰ ਆਉਂਦੇ ਹੈਗੇ ਨੇ, ਘਰ ਤੋਂ ਇਲਾਵਾ ਆਪਣੇ ਘਰ ਜਿਹੜੇ ਹੈਗੇ ਨੇ ਉਹ ਤਾਂ ਠੀਕ ਹੈਗੇ ਨੇ, ਪਰ ਜੇ ਘਰ ਤੋਂ ਇਲਾਵਾ ਕੋਈ ਵੀ ਬਾਹਰ ਨਜ਼ਰ ਆਉਂਦਾ ਤਾਂ ਆਪਾਂ ਸੋਚੀਏ ਕਿ ਉਹਨੂੰ ਕਰੋਨਾ ਵਾਇਰਸ ਹੈਗਾ ਹੈ ਤੇ ਮੈਨੂੰ ਨਹੀਂ ਹੋਣਾ, ਮੈਂ ਬਚਾ ਕੇ ਰੱਖਣਾ ਹੈਗਾ। ਤੇ ਇਹ ਜ਼ਰੂਰਤ ਹੈਗੀ ਹੈ ਇਸ ਸਟੇਟ ਆਫ ਐਮਰਜੈਂਸੀ ਦੇ ਵਿੱਚ। ਆਪਾਂ ਬਾਹਰ ਨਾ ਜਾਈਏ, ਲੋਕਾਂ ਨੂੰ ਨਾ ਮਿਲੀਏ ਕਿਤੇ ਵੀ। ਆਫ ਕੋਰਸ ਕੁਝ ਚੀਜ਼ਾਂ ਤਾਂ ਜ਼ਰੂਰੀ ਹੈਗੀਆਂ ਨੇ, ਗਰੋਸਰੀ ਜ਼ਰੂਰੀ ਹੈਗੀ ਆ, ਖਾਣਾ ਜ਼ਰੂਰੀ ਹੈਗਾ, ਆਪਣੀ ਡਾਕਟਰਸ ਵਿਜ਼ਿਟ ਜੇ ਜ਼ਰੂਰੀ ਹੈਗੀਆਂ ਨੇ ਤੇ ਡਾਕਟਰ ਵਿਜ਼ਿਟ ਵੀ ਕਰ ਸਕਦੇ ਹੈਗੇ। ਵੈਸੇ ਤਾਂ ਕਾਫੀ ਡਾਕਟਰਸ ਵੀ ਫੋਨ ਤੇ ਹੀ ਅੱਜ ਕੱਲ ਹੈਲਪ ਕਰਦੇ ਨੇ ਪੇਸ਼ੈਂਟਸ ਦੀ। ਸੋ ਜੋ ਚੀਜ਼ਾਂ ਜ਼ਰੂਰੀ ਹੈਗੀਆਂ ਨੇ ਉਹ ਕਰੀਏ। ਉਸ ਤੋਂ ਇਲਾਵਾ ਜਿਹੜੇ ਐਸੈਂਸ਼ੀਅਲ ਵਰਕ ਹੈਗੇ ਨੇ, ਜਿਨ੍ਹਾਂ ਨੂੰ ਪਹਿਲਾਂ ਵੀ ਆਪਾਂ ਮਾਰਚ ਅਪ੍ਰੈਲ ਜਿਨ੍ਹਾਂ ਨੇ ਐਸੈਂਸ਼ੀਅਲ ਵਰਕ ਕਰਨਾ ਹੈਗਾ ਉਹ ਕਰਨਾ ਹੈਗਾ। ਬਾਕੀ ਉਸ ਤੋਂ ਇਲਾਵਾ ਜਿਹੜੇ ਲੋਕ ਘਰੋਂ ਕੰਮ ਕਰ ਸਕਦੇ ਨੇ ਉਹਨਾਂ ਨੂੰ ਹਦਾਇਤ ਹੈਗੀ ਹੈ ਵੀ ਆਪਾਂ ਘਰੋਂ ਹੀ ਕੰਮ ਕਰੀਏ। ਤੇ ਸਕੂਲਾਂ ਨੂੰ ਵੀ ਐਕਸਟੈਂਡ ਕਰ ਦਿੱਤਾ ਗਿਆ ਹੈਗਾ ਕਾਫੀ ਏਰੀਆਜ਼ ਵਿੱਚ। ਪਹਿਲਾਂ 11 ਜਨਵਰੀ ਤੋਂ ਸਕੂਲ ਖੁੱਲ ਜਾਣੇ ਸੀਗੇ, 25 ਜਨਵਰੀ ਤੋਂ ਖੁੱਲਣੇ ਸੀਗੇ, ਹੁਣ 11 ਫਰਵਰੀ ਤੱਕ ਐਕਸਟੈਂਡ ਕਰ ਦਿੱਤਾ ਗਿਆ ਹੈਗਾ ਸਕੂਲਾਂ ਵਿੱਚ ਵੀ। ਸਾਊਥ ਜਿਹੜਾ GTA ਦਾ ਏਰੀਆ ਆਪਾਂ ਕਹਿ ਲਈਏ ਤਾਂ ਉਹਦੇ ਵਿੱਚ। ਬਿਲਕੁਲ ਸਰ, ਹਰ ਪਾਸੇ ਬਾਰ-ਬਾਰ ਸਰਕਾਰ ਇਹੀ ਕਹਿ ਰਹੀ ਹੈ ਕਿ ਘਰਾਂ ਵਿੱਚ ਰਹੋ, ਬਿਨਾਂ ਮਤਲਬ ਦੇ ਘਰ ਤੋਂ ਬਾਹਰ ਨਾ ਜਾਓ, ਪਰ ਅਸੀਂ ਅਜੇ ਵੀ ਦੇਖ ਰਹੇ ਹਾਂ ਕਿ ਲੋਕ ਬਾਹਰ ਨਿਕਲ ਰਹੇ ਨੇ। ਅੱਜ ਹੀ ਜਿਹੜਾ ਹੈ ਕੁਝ ਲੋਕਾਂ ਨੂੰ ਫਾਈਨ ਵੀ ਕੀਤਾ ਗਿਆ ਹੈਮਿਲਟਨ ਦੇ ਵਿੱਚ, ਜਿਹੜੀ ਮਾਸਕ ਤੋਂ ਬਿਨਾਂ ਰੈਲੀ ਕੀਤੀ ਗਈ ਸੀ। ਸੋ ਜਿਹੇ ਵਿੱਚ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਅੱਜ ਪ੍ਰੀਮੀਅਰ ਨੇ ਵੀ ਇਸ ਗੱਲ ਦਾ ਜਿਹੜਾ ਜ਼ਿਕਰ ਕੀਤਾ ਹੈ ਕਿ ਲਗਭਗ 1/3 ਜਿਹੜੇ ਓਨਟਾਰੀਓ ਵਾਸੀ ਨੇ ਉਹ ਕਰੋਨਾ ਵਾਇਰਸ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹੈਗੇ। ਜੀ, ਐਂਡ ਸਪੈਸ਼ਲੀ ਜੇ ਆਪਾਂ ਦਸੰਬਰ ਦੇ ਉਹਨਾਂ ਨੇ ਜਿਹੜੇ ਆંકੜੇ ਦੱਸੇ ਹੈਗੇ ਨੇ ਉਹਦੇ ਹਿਸਾਬ ਨਾਲ 1/3 ਪਾਲਣ ਨਹੀਂ ਕਰ ਰਹੇ ਸੀਗੇ। ਤੇ ਜਿਹੜੀ ਮੋਬਿਲਿਟੀ ਹੈਗੀ ਹੈ, ਮਤਲਬ ਇੱਕ ਜਗ੍ਹਾ ਤੋਂ ਦੂਜੇ ਜਗ੍ਹਾ ਜਾਣਾ ਜਾਂ ਲੋਕਾਂ ਨੂੰ ਮਿਲਣਾ, ਉਹ ਬਹੁਤ ਵੱਧ ਗਿਆ ਸੀਗਾ ਦਸੰਬਰ ਵਿੱਚ। ਤੇ ਇਸ ਕਰਕੇ ਹੀ ਆਪਾਂ ਇਸ ਸਥਿਤੀ ਵਿੱਚ ਹੈਗੇ ਆ ਕਿ ਆਪਣੇ ਹਸਪੀਟਲ ICU ਜਿਹੜੇ ਹੈਗੇ ਨੇ ਉਹਨਾਂ ਦੇ ਬੈੱਡ ਥੋੜ ਗਏ ਹੈਗੇ ਨੇ। ਬਲਕਿ ਐਵੇਂ ਕਿਹਾ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਐਂਡ ਤੱਕ 500 ਬੈੱਡ ICU ਦੇ ਸਿਰਫ ਕਰੋਨਾ ਵਾਇਰਸ ਦੇ ਮਰੀਜ਼ਾਂ ਨਾਲ ਭਰ ਜਾਣਗੇ। ਹੋ ਸਕਦਾ ਅਗਲੇ ਮਹੀਨੇ 1000 ਹੋ ਜਾਣ। ਟੋਟਲ 2000 ਬੈੱਡ ਹੈਗੇ ਨੇ ICU ਦੇ। ਉਸਦਾ ਮਤਲਬ ਜਿਨ੍ਹਾਂ ਨੂੰ ਹਾਰਟ ਅਟੈਕ ਹੋਏਗਾ, ਸਟ੍ਰੋਕ ਹੋਏਗਾ, ਸਾਹ ਦੀ ਹੋਰ ਪ੍ਰੋਬਲਮ ਹੋਏਗੀ, ਐਕਸੀਡੈਂਟ ਹੋਏਗਾ, ਉਹਦੇ ਵਾਸਤੇ ਕੋਈ ਬੈੱਡ ਨਹੀਂ ਰਹਿਣਾ ਹੈਗਾ। ਜੇ ਐਵੇਂ ਦੀ ਪ੍ਰੋਬਲਮ ਆਉਂਦੀ ਹੈ, ਡਾਕਟਰਾਂ ਨੂੰ ਚੂਜ਼ ਕਰਨਾ ਪੈ ਸਕਦਾ ਹੈਗਾ ਕਿ ਕਿਹਨੂੰ ਆਪਾਂ ਬਚਾ ਸਕਦੇ ਹੈਗੇ ਆ ਤੇ ਮੇਬੀ ਆਕਸੀਜਨ ਦੇਣੀ ਹੈ ਜਾਂ ਵੈਂਟੀਲੇਟਰ ਦੀ ਮਸ਼ੀਨ ਦੇਣੀ ਹੈਗੀ ਹੈ ਤੇ ਕਿਹਨੂੰ ਨਹੀਂ ਦੇਣੀ ਹੈਗੀ ਹੈ, ਕਿਉਂਕਿ ਸਾਡੇ ਕੋਲ ਘੱਟ ਜਿਹੜੀਆਂ ICU ਦੇ ਜਿਹੜੀ ਸਾਰੀਆਂ ਸਹੂਲਤਾਂ ਹੈਗੀਆਂ ਘੱਟ ਹੋ ਜਾਣੀਆਂ ਹੈਗੀਆਂ। ਇਹ ਸਾਰਾ ਡਰ ਜਿਹੜਾ ਹੈਗਾ ਸਾਹਮਣੇ ਹੈਗਾ ਸਾਡੇ। ਜਿਹੜੀ ਆਪਾਂ ਸਤੰਬਰ ਤੋਂ ਹੁਣ ਤੱਕ ਦੇਖ ਰਹੇ ਹੈਗੇ ਆ, ਇਸ ਕਰਕੇ ਵੀ ਵਧਿਆ ਕਿ ਮੋਬਿਲਿਟੀ ਵਧੀ ਹੈਗੀ ਹੈ, ਪਰ ਡਿਫਰੈਂਟ ਸਟ੍ਰੇਨਸ ਵੀ ਇੱਕ ਤਰ੍ਹਾਂ ਨਾਲ ਕਹਿ ਦਈਏ ਨਵੇਂ ਆਏ ਹੈਗੇ ਨੇ। ਉਹਨਾਂ ਨੂੰ ਰੋਕਣ ਵਾਸਤੇ ਐਮਰਜੈਂਸੀ ਲਾਗੂ ਕੀਤੀ ਗਈ ਹੈਗੀ ਹੈ। ਐਮਰਜੈਂਸੀ ਦਾ ਮਤਲਬ ਇਹ ਵੀ ਹੈਗਾ, ਜਿਵੇਂ ਤੁਸੀਂ ਕਿਹਾ ਤਰਨਜੀਤ ਜੀ, ਕਿ ਜੇ ਲੋਕੀ ਫੋਲੋ ਨਹੀਂ ਕਰਦੇ ਰੂਲਸ ਤੇ ਫਿਰ ਹੁਣ ਐਮਰਜੈਂਸੀ ਵਿੱਚ ਉਹਨਾਂ ਨੂੰ ਫਾਈਨ ਕੀਤਾ ਜਾ ਸਕਦਾ ਹੈਗਾ ਜਾਂ ਈਵਨ ਜੇਲ੍ਹ ਵੀ ਹੋ ਸਕਦੀ ਹੈ, 1 ਸਾਲ ਤੱਕ ਜੇਲ੍ਹ ਵੀ ਹੋ ਸਕਦੀ ਹੈ। ਜੀ ਸਰ, ਤੁਸੀਂ ਇੱਕ ਇੱਥੇ ਸਟ੍ਰੇਨ ਦੀ ਗੱਲ ਕੀਤੀ। ਅੱਜ ਕੱਲ੍ਹ UK ਤੋਂ ਜਿਹੜਾ ਨਵਾਂ ਸਟ੍ਰੇਨ ਦੀ ਸਾਹਮਣੇ ਆਇਆ ਵਾ ਉਹਦੀ ਗੱਲਬਾਤ ਕਾਫੀ ਹੋ ਰਹੀ ਹੈ। ਅੱਜ ਓਨਟਾਰੀਓ ਵਿੱਚ ਵੀ 8 ਨਵੇਂ ਮਾਮਲੇ ਸਾਹਮਣੇ ਆਏ ਨੇ। ਇਹ ਵੱਖ-ਵੱਖ ਜਿਹੜੇ ਸਟ੍ਰੇਨ ਹੁਣ ਨਵੇਂ ਸਾਹਮਣੇ ਆ ਰਹੇ ਨੇ, ਇਹ ਕੀ ਹੈ? ਜੀ, ਜੇ ਆਪਾਂ ਪਹਿਲੇ ਸਟ੍ਰੇਨ ਦੀ ਗੱਲ ਕਰੀਏ ਜਿਹੜਾ ਚਾਈਨਾ ਤੋਂ ਚੱਲਿਆ ਸੀਗਾ ਤਰਨਜੀਤ ਜੀ, ਤੇ ਉਹ ਵੀ ਕਰੋਨਾ ਵਾਇਰਸ ਜਿਹੜਾ ਹੈ, ਕਰੋਨਾ ਵਾਇਰਸ ਹੈਗਾ ਜਿਹੜਾ ਆਪਾਂ ਕੋਵਿਡ ਬਿਮਾਰੀ ਦੀ ਗੱਲ ਕਰਦੇ ਹੈਗੇ ਆ, ਉਹ ਪਹਿਲਾਂ ਚਮਗਾਦੜਾਂ ਵਿੱਚ ਹੁੰਦਾ ਸੀਗਾ, ਬੈਟਸ ਵਿੱਚ ਹੁੰਦਾ ਸੀਗਾ। ਤੇ ਉਹ ਜਿਹੜੀ ਉਹਦੀ ਜੈਨੇਟਿਕ ਮਟੀਰੀਅਲ ਹੈਗਾ ਉਹਦੇ ਵਿੱਚ ਇੱਕ ਖਰਾਬੀ ਦੀ ਵਜ੍ਹਾ ਨਾਲ, ਇੱਕ ਗਲਤੀ ਦੀ ਵਜ੍ਹਾ ਨਾਲ ਉਹ ਚਮਗਾਦੜਾਂ ਤੋਂ ਹੋਰ ਇੱਕ ਐਨੀਮਲ ਵਿੱਚ ਫਿਰ ਉਹ ਹਿਊਮਨ ਬੀਇੰਗ ਵਿੱਚ, ਆਦਮੀਆਂ ਵਿੱਚ, ਮਤਲਬ ਮਨੁੱਖ ਵਿੱਚ ਵੀ ਆ ਗਿਆ ਹੈਗਾ। ਇਹ ਜਿਹੜੇ ਸਟ੍ਰੇਨ ਹੁੰਦੇ ਨੇ ਉਹਦਾ ਮਤਲਬ ਇਹੀ ਹੁੰਦਾ ਕਿ ਉਹਦੀ ਜੈਨੇਟਿਕ ਮਟੀਰੀਅਲ ਜਿਹੜਾ ਹੈਗਾ ਥੋੜਾ ਜਿਹਾ ਫਰਕ ਆ ਗਿਆ ਹੈਗਾ। ਜਿਵੇਂ ਆਪਾਂ ਕਾਪੀ ਦੀ ਗੱਲ ਕਰ ਲਈਏ, ਜਦੋਂ ਆਪਾਂ ਫੋਟੋ ਕਾਪੀ ਕਰਦੇ ਹੈਗੇ ਆ ਕੁਝ ਚੀਜ਼,
ਤੇ ਇੱਕ ਥੋੜਾ ਜਿਹਾ ਆਪਾਂ ਬਾਰ-ਬਾਰ ਫੋਟੋਕਾਪੀ ਕਰੀ ਜਾਈਏ ਤਾਂ ਉਹ ਥੋੜਾ ਜਿਹਾ ਡਿਫਰੈਂਟ ਹੋ ਜਾਂਦਾ ਹੈਗਾ। ਜਾਂ ਫਿਰ ਜੇ ਆਪਾਂ ਗੱਲ ਕਰ ਲਈਏ ਮਸ਼ੀਨ ਨੇ ਜੇ ਮਿਠਾਈ ਬਣਾਉਣੀ ਹੈਗੀ ਹੈ, ਬਰਫੀ ਬਣਾਉਣੀ ਹੈਗੀ ਆ, ਤੇ ਮਸ਼ੀਨ ਹਰ ਵਾਰੀ ਤਾਂ ਉਵੇਂ ਹੀ ਬਣਾਏਗੀ, ਪਰ ਬਾਰ-ਬਾਰ ਬਣਾਏਗੀ ਤਾਂ ਮੇ ਵੀ ਡਿਫਰੈਂਟ ਹੋ ਜਾਂਦਾ ਹੈਗਾ ਥੋੜੀ ਜਿਹੀ ਬਰਫੀ ਦੇ ਪੀਸ ਵਿੱਚ। ਤੇ ਐਵੇਂ ਹੀ ਜੈਨੇਟਿਕ ਮਟੀਰੀਅਲ ਵਾਇਰਸ ਦਾ ਵੀ ਹੌਲੀ-ਹੌਲੀ ਕਈ ਵਾਰੀ ਚੇਂਜ ਹੁੰਦਾ ਰਹਿੰਦਾ ਹੈਗਾ। ਇਸੇ ਤਰ੍ਹਾਂ ਹੀ ਪਹਿਲਾਂ ਜਦੋਂ ਚਾਈਨਾ ਤੋਂ ਚੱਲਿਆ ਸੀਗਾ ਇੱਕ ਨਵਾਂ ਸਟ੍ਰੇਨ ਹੈਗਾ ਸੀਗਾ, ਉਹ ਬਿਲਕੁਲ ਜਿਹੜਾ ਪਹਿਲੀ ਵਾਰੀ ਮਨੁੱਖ ਨੇ ਦੇਖਿਆ ਸੀਗਾ, ਜਿਹੜਾ ਹਿਊਮਨ ਬੀਇੰਗ ਦੇ ਪਹਿਲੀ ਵਾਰੀ ਆਇਆ ਸੀਗਾ। ਉਸ ਤੋਂ ਬਾਅਦ ਜਦੋਂ ਇਟਲੀ ਵਿੱਚ ਉਸ ਤੋਂ ਬਾਅਦ ਗਿਆ ਸੀਗਾ, ਉਦੋਂ ਵੀ ਉਹ ਡਿਫਰੈਂਟ ਸਟ੍ਰੇਨ ਬਣ ਗਿਆ ਸੀਗਾ ਉਦੋਂ ਤੱਕ। ਜਦੋਂ ਜਿਵੇਂ-ਜਿਵੇਂ ਇੱਕ ਹਿਊਮਨ ਬੀਇੰਗ ਤੋਂ ਦੂਸਰੇ ਹਿਊਮਨ ਬੀਇੰਗ ਤੱਕ ਜਾਂਦਾ ਹੈਗਾ, ਮਨੁੱਖ ਤੋਂ ਮਨੁੱਖ ਜਦੋਂ ਟ੍ਰਾਂਸਮਿਟ ਹੁੰਦਾ ਹੈਗਾ, ਤੇ ਕਈ ਵਾਰੀ ਜਦੋਂ ਬਹੁਤ ਸਾਰੇ ਲੋਕਾਂ ਵਿੱਚ ਟ੍ਰਾਂਸਮਿਟ ਹੁੰਦਾ ਤੇ ਥੋੜੀ ਜਿਹੀ ਚੇਂਜ ਆ ਜਾਂਦੀ ਹੈਗੀ ਹੈ। ਤੇ ਉਹ ਚੇਂਜ ਜਿਹੜੀ ਹੁੰਦੀ ਹੈ ਕਈ ਵਾਰੀ ਵਾਇਰਸ ਨੂੰ ਹੋਰ ਜ਼ਿਆਦਾ ਖਤਰਨਾਕ ਬਣਾ ਦਿੰਦੀ ਹੈਗੀ। ਯੂਕੇ ਦਾ ਜਿਹੜਾ ਸਟ੍ਰੇਨ ਹੈਗਾ ਐਵੇਂ ਦਾ ਹੀ ਸਟ੍ਰੇਨ ਹੈਗਾ ਜਿਹੜਾ ਜ਼ਿਆਦਾ ਖਤਰਨਾਕ ਹੋ ਗਿਆ। ਬਿਲਕੁਲ ਸਰ, ਇਹ ਜਿਹੜਾ ਨਵਾਂ ਸਟ੍ਰੇਨ ਹੈ ਸੁਣਨ ਦੇ ਵਿੱਚ ਆਇਆ ਕਿ ਪਹਿਲੇ ਨਾਲੋਂ ਜ਼ਿਆਦਾ ਖਤਰਨਾਕ ਹੈ ਤੇ ਇਹ ਬਹੁਤ ਛੇਤੀ ਫੈਲਦਾ ਆ। ਜੀ, ਤੇ ਉਹਨਾਂ ਦੀ ਰਿਸਰਚ ਦੇ ਹਿਸਾਬ ਨਾਲ 60 ਤੋਂ 70% ਜ਼ਿਆਦਾ ਫੈਲਦਾ ਹੈਗਾ। ਮਤਲਬ ਕਿ ਜਿੰਨਾ ਪਹਿਲਾਂ ਕਰੋਨਾ ਵਾਇਰਸ ਫੈਲਦਾ ਸੀਗਾ ਉਹ ਤਾਂ ਬਹੁਤ ਜ਼ਿਆਦਾ, ਉਹ ਵੈਸੇ ਹੀ ਬਹੁਤ ਜ਼ਿਆਦਾ ਹੈਗਾ ਸੀਗਾ, ਪਰ ਉਸ ਤੋਂ ਵੀ ਆਲਮੋਸਟ ਡਬਲ ਜ਼ਿਆਦਾ ਇਹ ਨਵਾਂ ਸਟ੍ਰੇਨ ਜਿਹੜਾ ਯੂਕੇ ਦਾ ਹੈਗਾ ਉਹ ਫੈਲਦਾ ਹੈਗਾ। ਤਾਂ ਹੀ ਆਪਾਂ ਜੇ ਯੂਕੇ ਦੇ ਆંકੜੇ ਦੇਖੀਏ ਤੇ ਨਵੰਬਰ ਈਵਨ ਦਸੰਬਰ ਅਰਲੀ ਤੱਕ ਘਟ ਰਹੇ ਸੀਗੇ, ਫਿਰ ਦਸੰਬਰ ਮਿਡ ਵਿੱਚ ਹੀ ਮਤਲਬ ਕ੍ਰਿਸਮਸ ਤੋਂ ਪਹਿਲਾਂ ਹੀ ਉਹਨਾਂ ਦੇ ਵਧਣੇ ਸ਼ੁਰੂ ਹੋ ਗਏ ਸੀਗੇ, ਕਿਉਂਕਿ ਇਹ ਸਟ੍ਰੇਨ ਦੇ ਕਾਰਨ। ਉਹ ਹੁਣ ਤਾਂ ਉਹਨਾਂ ਨੇ 60,000 ਦੇ ਕਰੀਬ ਜਿਹੜੇ ਕੇਸ ਹੁੰਦੇ ਨੇ ਰੋਜ਼ ਦੇ ਉਹਨਾਂ ਦੇ ਆਉਂਦੇ ਹੈਗੇ ਨੇ। ਇੱਥੇ ਆਪਾਂ ਓਨਟਾਰੀਓ ਦੀ ਜਾਂ ਕੈਨੇਡਾ ਦੀ ਗੱਲ ਕਰੀਏ, ਤੁਸੀਂ ਕਹਿ ਰਹੇ ਸੀਗੇ ਕਿ ਸਿਰਫ 8 ਕੇਸ ਸਾਹਮਣੇ ਆਏ ਨੇ, ਪਰ ਇਹ ਆਪਾਂ ਕਹਿ ਨਹੀਂ ਸਕਦੇ ਕਿ ਸਿਰਫ 8 ਹੀ ਕੇਸ ਹੈਗੇ ਨੇ, ਕਿਉਂਕਿ ਉਹ ਸਾਰਿਆਂ ਨੂੰ ਟੈਸਟ ਨਹੀਂ ਕਰ ਰਹੇ ਕਿ ਸਟ੍ਰੇਨ ਹੈਗਾ ਕਿ ਨਹੀਂ ਹੈਗਾ। ਸਿਰਫ ਕੋਰੋਨਾ ਵਾਇਰਸ ਦਾ ਟੈਸਟ ਹੋ ਰਿਹਾ ਹੈਗਾ। ਉਹ ਸਟ੍ਰੇਨ ਬਾਰੇ ਸਿਰਫ ਉਹਨਾਂ ਨੂੰ ਟੈਸਟ ਕਰਦੇ ਨੇ ਜਿਨ੍ਹਾਂ ਨੂੰ ਉਹਨਾਂ ਸ਼ੱਕ ਹੁੰਦਾ ਹੈ ਕਿ ਵੀ ਉਹ ਯੂਕੇ ਤੋਂ ਆਏ ਹੈਗੇ ਨੇ, ਟਰੈਵਲ ਹਿਸਟਰੀ ਹੈਗੀ ਹੈ, ਤਾਂ ਹੀ ਉਹ ਟੈਸਟ ਕਰਦੇ ਹੈਗੇ ਨੇ। ਹੋ ਸਕਦਾ ਹੈ ਕਿ ਨਵਾਂ ਸਟ੍ਰੇਨ ਜਿਹੜਾ ਹੈਗਾ ਆਲਰੇਡੀ ਕਾਫੀ ਜ਼ਿਆਦਾ ਇੱਥੇ ਫੈਲਿਆ ਹੋਇਆ ਹੋ। ਸਰ, ਕਰੋਨਾ ਵਾਇਰਸ ਲਗਾਤਾਰ ਫੈਲ ਰਿਹਾ ਤੇ ਅਜਿਹੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਸਪੀਟਲਸ ਖਾਸ ਤੌਰ ਤੇ ਓਨਟਾਰੀਓ ਦੀ ਗੱਲ ਕਰੀਏ ਤਾਂ ਫੁੱਲ ਹੋ ਰਹੇ ਨੇ। ਅੱਜ ਪ੍ਰੀਮੀਅਰ ਨੇ ਵੀ ਕਹਿ ਦਿੱਤਾ ਕਿ ਜੇਕਰ ਇਸੇ ਹਾਲਾਤਾਂ ਦੇ ਵਿੱਚ ਜੇ ਹੋਰ ਸਖਤੀ ਨਹੀਂ ਕੀਤੀ ਜਾਂਦੀ ਤੇ ਲੋਕੀ ਨਹੀਂ ਮੰਨਦੇ ਹੈਗੇ ਤਾਂ ਫਰਵਰੀ ਦੇ ਫਸਟ ਵੀਕ ਦੇ ਵਿੱਚ ਹਸਪਤਾਲ ਪੂਰੀ ਤਰ੍ਹਾਂ ਭਰ ਜਾਣੇ ਤੇ ICU ਵਿੱਚ ਵੀ ਜਗ੍ਹਾ ਨਹੀਂ ਮਿਲਣੀ। ਇੱਥੇ ਅਸੀਂ ਜੇ ਫਰੰਟਲਾਈਨ ਵਰਕਰਸ ਦੀ ਇਸ ਵਕਤ ਗੱਲ ਕਰੀਏ ਤਾਂ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਕਰੋਨਾ ਵਾਇਰਸ ਦੀ ਜਿਹੜੀ ਵੈਕਸੀਨ ਦੀ ਡਿਸਟ੍ਰੀਬਿਊਸ਼ਨ ਆ ਉਹ ਵੀ ਬਹੁਤ ਸਲੋ ਹੋ ਰਹੀ ਹੈ। ਸੋ ਅਜਿਹੇ ਵਿੱਚ ਜੇ ਹਸਪੀਟਲਸ ਪੂਰੇ ਫੁੱਲ ਹੋ ਜਾਂਦੇ ਆ, ਜਿਹੜੇ ਸਾਡੇ ਹੈਲਥ ਕੇਅਰ ਵਰਕਰਸ ਨੇ ਉਹਨਾਂ ਵੱਲ ਧਿਆਨ ਦੇਣਗੇ ਜਾਂ ਫਿਰ ਵੈਕਸੀਨ ਡਿਸਟ੍ਰੀਬਿਊਸ਼ਨ ਵੱਲ ਧਿਆਨ ਦੇਣਗੇ? ਜੀ, ਸਾਰਾ ਕੁਝ ਹੀ ਜ਼ਰੂਰੀ ਹੈਗਾ ਵੀ ਆਪਾਂ ਜਿਨ੍ਹਾਂ ਨੇ ਇੱਕ ਤਰ੍ਹਾਂ ਨਾਲ ਕਹਿ ਦਈਏ ਅਗੇਨ ਮਿਸਾਲ ਦਈਏ, ਐਨਾਲੋਜੀ ਦਈਏ ਕਿ ਵੀ ਜੰਗ ਛਿੜੀ ਹੋਈ ਹੈਗੀ ਆ ਤੇ ਜਿਹੜੇ ਸੋਲਜਰਸ ਹੈਗੇ ਨੇ ਉਹ ਸਾਹਮਣਾ ਕਰ ਰਹੇ ਨੇ ਆਰਮੀ ਦਾ, ਦੂਸਰੀ ਮੁਲਕ ਦੀ ਆਰਮੀ ਦਾ ਸਾਹਮਣਾ ਕਰ ਰਹੇ ਹੈਗੇ ਨੇ। ਤੇ ਉਦੋਂ ਆਫ ਕੋਰਸ ਕਾਫੀ ਕੁਝ ਆਪਣੀ ਕੰਟਰੀ ਵਿੱਚ ਜਿਹੜੀ ਚੀਜ਼ ਹੁੰਦੀ ਹੈਗੀ ਉਹ ਰੁਕ ਜਾਂਦੀ ਹੈਗੀ ਆ, ਪਰ ਫਿਰ ਵੀ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜਿਵੇਂ ਕਿ ਆਪਾਂ ਕਹਿ ਲਈਏ ਕਿ ਜਿਹੜੀਆਂ ਜ਼ਰੂਰੀ ਐਸੈਂਸ਼ੀਅਲ ਚੀਜ਼ਾਂ ਹੁੰਦੀਆਂ ਉਹ ਕੰਟੀਨਿਊ ਰੱਖਣੀਆਂ ਪੈਂਦੀਆਂ ਹੈਗੀਆਂ ਨੇ। ਵਾਰ ਦੇ ਟਾਈਮ ਤੇ ਵੀ ਸਾਰਾ ਕੁਝ ਇੱਕਦਮ ਠੱਪ ਨਹੀਂ ਹੋ ਜਾਂਦਾ ਹੈਗਾ। ਉਸੇ ਤਰ੍ਹਾਂ ਹੀ ਸਾਨੂੰ ਜੇ ਆਪਾਂ ਗੱਲ ਕਰੀਏ ਵੀ ਜੇ ਮਰੀਜ਼ ਆਉਂਦੇ ਹੈਗੇ ਨੇ ਤੇ ਉਹਨਾਂ ਦੀ ਕੇਅਰ ਕਰਨੀ ਪਏਗੀ। ਵੈਕਸੀਨ ਜਿਹੜੇ ਹੈਗੇ ਨੇ ਉਹ ਤੇ ਉਹਨਾਂ ਡਾਕਟਰਾਂ ਨੂੰ ਜਿਹੜੇ ਮਰੀਜ਼ਾਂ ਦੀ ਕੇਅਰ ਕਰਦੇ ਹੈਗੇ ਨੇ ਉਹਨਾਂ ਨੂੰ ਲੱਗੇ ਹੋਣਗੇ ਤੇ ਉਹਨਾਂ ਨੂੰ ਸਗੋਂ ਇੱਕ ਤਰ੍ਹਾਂ ਨਾਲ ਪ੍ਰੀਵੈਂਸ਼ਨ ਹੁੰਦੀ ਹੈਗੀ ਹੈ ਤਾਂ ਕਿ ਉਹ ਬਿਮਾਰ ਨਾ ਹੋ ਜਾਣ, ਆਪ ਬਿਮਾਰ ਨਾ ਹੋ ਜਾਣ ਤੇ ਉਹਨਾਂ ਡਾਕਟਰਾਂ ਦੀ ਹੀ ਕਮੀ ਨਾ ਹੋ ਜਾਵੇ ਜਿਨ੍ਹਾਂ ਨੇ ਮਰੀਜ਼ਾਂ ਦੀ ਕੇਅਰ ਕਰਨੀ ਹੈਗੀ ਹੈ। ਜਾਂ ਫਿਰ ਕੁਝ ਡਾਕਟਰ ਜਿਹੜੇ ਹੈਗੇ ਨੇ, ਨਰਸਾਂ ਜਿਹੜੀਆਂ ਹੈਗੀਆਂ ਨੇ ਜਾਂ ਹੋਰ ਜਿਹੜੇ ਸਟਾਫ ਜਿਹੜੇ ਜਿਵੇਂ ਵੈਂਟੀਲੇਟਰ ਪਾਉਂਦੇ ਹੈਗੇ ਨੇ, ਟਿਊਬ ਪਾਉਂਦੇ ਹੈਗੇ ਨੇ ਜਿਹਦੇ ਨਾਲ ਸਾਹ ਆਉਂਦਾ ਹੈਗਾ, ਤੇ ਉਹ ਬਿਮਾਰ ਹੋ ਜਾਣਗੇ ਤੇ ਫਿਰ ਉਹਨਾਂ ਨੂੰ ਆਪਾਂ ਰਿਪਲੇਸ ਵੀ ਨਹੀਂ ਕਰ ਸਕਦੇ ਹੈਗੇ ਕਿਉਂਕਿ ਇੰਨੇ ਟ੍ਰੇਨਡ ਵੀ ਨਹੀਂ ਹੁੰਦੇ ਹੈਗੇ ਹੋਰ ਡਾਕਟਰ ਜਿਹੜੇ ਹੈਗੇ ਨੇ। ਜਿਵੇਂ ਮੈਂ ਖਾਲੀ ਕਲੀਨਿਕ ਵਿੱਚ ਕੰਮ ਕਰਦਾ ਹੈਗਾ, ਟ੍ਰੇਨਿੰਗ ਦੇ ਦੌਰਾਨ ICU ਵਿੱਚ ਵੀ ਕੰਮ ਕੀਤਾ ਸੀਗਾ, ਪਰ ਉਹ ਕਿੰਨੇ ਸਾਲ ਪਹਿਲਾਂ, 10 ਸਾਲ ਪਹਿਲਾਂ ਹੈਗਾ ਸੀਗਾ। ਉਨੀ ਟ੍ਰੇਨਿੰਗ ਨਹੀਂ ਹੈਗੀ ਹੈ ਹੁਣ ਕਿ ਆਪਾਂ ਕਹਿ ਸਕੀਏ ਕਿ ਮੈਂ ਜਾ ਕੇ ICU ਵਿੱਚ ਕੰਮ ਕਰ ਸਕਦਾ ਹੈਗਾ। ਬਹੁਤ ਔਖਾ ਹੋ ਜਾਣਾ ਹੈ ਜੇ ਉਹ ਡਾਕਟਰ ਵੀ ਬਿਮਾਰ ਹੋਣੇ ਸ਼ੁਰੂ ਹੋ ਜਾਣਗੇ। ਇਸ ਲਈ ਜ਼ਰੂਰੀ ਹੈਗਾ ਕਿ ਉਹਨਾਂ ਨੂੰ ਵੈਕਸੀਨ ਦਿੱਤੀ ਜਾਵੇ ਪਹਿਲਾਂ, ਤਾਂ ਕਿ ਜੇ ਮਰੀਜ਼ ਵੱਧ ਰਹੇ ਹੈਗੇ ਨੇ ਉਹਨਾਂ ਦੀ ਕੇਅਰ ਜਿਹੜੀ ਹੈਗੀ ਹੈ ਪੂਰੀ ਜਿੰਨੀ ਹੋ ਸਕਦੀ ਹੈਗੀ ਉਹ ਹੋ ਸਕੇ।
ਵੈਕਸੀਨ ਦੀ ਤੁਸੀਂ ਗੱਲ ਕੀਤੀ ਹੈ, ਵੈਕਸੀਨ ਲਗਭਗ ਪਹੁੰਚ ਚੁੱਕੀ ਹੈ ਹਰ ਪ੍ਰੋਵਿੰਸ ਦੇ ਵਿੱਚ, ਓਨਟਾਰੀਓ ਵਿੱਚ ਵੀ ਪਹੁੰਚ ਚੁੱਕੀ ਹੈ ਤੇ ਜਿਹੜੇ ਸਾਡੇ ਹੈਲਥ ਵਰਕਰਸ ਨੇ ਉਹਨਾਂ ਨੂੰ ਲੱਗਣੀ ਸ਼ੁਰੂ ਹੋ ਚੁੱਕੀ ਆ। ਸੋ ਵੈਕਸੀਨ ਨੂੰ ਲੈ ਕੇ ਵੀ ਕਈਆਂ ਦੇ ਵਿੱਚ ਕੁਝ ਵਹਿਮ ਹੈਗੇ ਨੇ। ਸੋ ਹੈਲਥ ਕੇਅਰ ਵਰਕਰਸ ਨੂੰ ਲੱਗਣੀ ਸ਼ੁਰੂ ਹੋਈ ਆ, ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਉੱਤੇ ਜਿਹੜਾ ਇਹ ਲੈਣੀ ਸ਼ੁਰੂ ਕੀਤੀ ਹੈ। ਸੋ ਵੈਕਸੀਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ, ਜਿਹੜੀਆਂ 2 ਵੈਕਸੀਨਸ ਇਸ ਵਕਤ ਅਪਰੂਵਲ ਕੀਤੀਆਂ ਗਈਆਂ ਨੇ? ਜੀ, ਸੋ ਸਭ ਤੋਂ ਵਧੀਆ ਵੈਕਸੀਨ ਜਿਹੜੀਆਂ ਹਾਲੇ ਤੱਕ ਵਰਲਡ ਵਿੱਚ ਹੈਗੀਆਂ ਨੇ, ਮੋਡਰਨਾ ਤੇ ਫਾਈਜ਼ਰ ਦੀਆਂ ਵੈਕਸੀਨ ਜਿਹੜੀਆਂ ਹੈਗੀਆਂ ਨੇ, ਜਿਨ੍ਹਾਂ ਦੇ ਆંકੜਿਆਂ ਦੇ ਹਿਸਾਬ ਨਾਲ, ਰਿਸਰਚ ਦੇ ਹਿਸਾਬ ਨਾਲ 95% ਉਹਦੀ ਪ੍ਰੋਟੈਕਸ਼ਨ ਹੈਗੀ ਹੈ ਦੋਵਾਂ ਦੀ। ਸੋ ਈਵਨ ਦੋ ਬਹੁਤ ਮਹਿੰਗੀਆਂ ਹੈਗੀਆਂ ਨੇ, ਈਵਨ ਦੋ ਉਹਨਾਂ ਨੂੰ -70 ਤੇ -20 ਵਿੱਚ ਰੱਖਣਾ ਪੈਂਦਾ, ਔਖੀਆਂ ਹੈਗੀਆਂ ਨੇ ਦੇਣੀਆਂ, ਪਰ ਸਭ ਤੋਂ ਵਧੀਆ ਵੈਕਸੀਨਸ ਹੈਗੀਆਂ ਨੇ, ਸਭ ਤੋਂ ਘੱਟ ਸਾਈਡ ਇਫੈਕਟ ਹੈਗੇ ਨੇ। ਤੇ ਅੱਜ ਹੀ ਜਸਟਿਨ ਟਰੂਡੋ ਨੇ ਵੀ ਅਨਾਉਂਸ ਕੀਤਾ ਹੈਗਾ ਕਿ ਹੋਰ 20 ਮਿਲੀਅਨ ਫਾਈਜ਼ਰ ਦੀਆਂ ਵੈਕਸੀਨ ਉਹਨਾਂ ਨੇ ਖਰੀਦੀਆਂ ਹੈਗੀਆਂ ਨੇ ਕੈਨੇਡਾ ਵਾਸਤੇ। ਟੋਟਲ 80 ਮਿਲੀਅਨ ਵੈਕਸੀਨ ਜਿਹੜੀਆਂ ਹੈਗੀਆਂ ਨੇ, ਜਿਹੜੀਆਂ 40 ਮਿਲੀਅਨ ਕੈਨੇਡੀਅਨਸ ਨੂੰ ਮਿਲ ਸਕਦੀਆਂ ਹੈਗੀਆਂ ਨੇ। ਹੁਣ ਕੈਨੇਡੀਅਨ 38 ਮਿਲੀਅਨ ਹੀ ਹੈਗੇ ਨੇ, ਪਰ ਜਿਹੜੇ ਲੋਕ ਟੂਰਿਸਟ ਐਜ਼ ਅ ਟੂਰਿਸਟ ਰਹਿ ਰਹੇ ਹੈਗੇ ਨੇ, ਜਾਂ ਫਿਰ ਹੋਰ ਜਿਹੜੇ ਨਾਨ ਸਿਟੀਜ਼ਨ ਵੀ ਹੈਗੇ ਨੇ, ਨਾਨ ਪੀਆਰ ਪਰਮਨੈਂਟ ਰੈਜ਼ੀਡੈਂਟ ਵੀ ਹੈਗੇ ਨੇ, ਉਹਨਾਂ ਨੂੰ ਵੀ ਇਹ ਸਾਰੀ ਵੈਕਸੀਨ ਜਿਹੜੀਆਂ ਹੈਗੀਆਂ ਮਿਲਣੀਆਂ ਜ਼ਰੂਰੀ ਹੈਗੀਆਂ ਨੇ। ਇਸ ਕਰਕੇ ਉਹਨਾਂ ਨੇ ਆਪਣੀ ਟੋਟਲ ਪੋਪੂਲੇਸ਼ਨ ਤੋਂ ਵੀ ਜ਼ਿਆਦਾ ਇੱਕ ਤਰ੍ਹਾਂ ਨਾਲ ਵੈਕਸੀਨ ਜਿਹੜੀਆਂ ਹੈਗੀਆਂ ਨੇ ਕਹਿਤੀਆਂ ਨੇ ਕਿ ਵੀ ਆਰਡਰ ਕਰਤੀਆਂ ਨੇ। ਤੇ ਹੁਣ ਹਾਲੇ ਸ਼ੁਰੂਆਤ ਹੋਈ ਹੈਗੀ ਹੈ ਵੈਕਸੀਨ ਮਿਲਣ ਦੀ, ਤਾਂ ਹਾਲੇ ਐਵੇਂ ਨਹੀਂ ਹੈਗਾ ਕਿ ਆਪਾਂ ਨੂੰ ਸਾਰਿਆਂ ਨੂੰ ਲੱਗ ਜਾਣੀ ਹੈਗੀ ਹੈ। ਜਦੋਂ ਪਬਲਿਕ ਨੂੰ ਲੱਗਣੀ ਸ਼ੁਰੂ ਹੋਣੀ ਹੈਗੀ ਹੈ ਅਪ੍ਰੈਲ ਤੋਂ ਬਾਅਦ, ਆਪਾਂ ਦੇਖਾਂਗੇ ਇੱਕ ਦਿਨ ਵਿੱਚ ਆਪਾਂ 1 ਲੱਖ ਦੇ ਕਰੀਬ ਵੈਕਸੀਨਸ ਲੱਗਣਗੀਆਂ, ਉਸ ਤੋਂ ਵੀ ਜ਼ਿਆਦਾ। ਤੇ ਫਿਰ ਬਾਈ ਸਪਟੈਂਬਰ ਤੱਕ ਕਹਿੰਦੇ ਨੇ ਕਿ ਸਾਰੇ ਕੈਨੇਡਾ ਵਿੱਚ ਆਪਾਂ ਵੈਕਸੀਨ ਲਗਾ ਸਕਦੇ ਹੈਗੇ। ਸੋ ਉਹੀ ਉਹ ਇੱਕ ਕਹਿ ਸਕਦੇ ਹਾਂ ਕਿਰਨ ਹੈਗੀ ਹੈ, ਲਾਈਟ ਐਟ ਦ ਐਂਡ ਆਫ ਦ ਟਨਲ, ਕਿ ਬਈ ਇੱਕ ਚਿੰਗਾਰੀ ਜਿਹੜੀ ਸਾਨੂੰ ਨਜ਼ਰ ਆ ਰਹੀ ਹੈਗੀ ਹੈ, ਜਿਹੜੀ ਹੈ ਕੋਰੋਨਾ ਵਾਇਰਸ ਦੇ ਪੈਂਡੈਮਿਕ ਤੋਂ ਸਾਨੂੰ ਬਚਾ ਸਕਦੀ। ਪਹਿਲਾਂ ਸੀਗਾ ਕਿ ਕੈਨੇਡੀਅਨਸ ਦੇ ਵਿੱਚ ਥੋੜਾ ਜਿਹਾ ਸੋਚ ਵਿਚਾਰ ਕੀਤੀ ਜਾ ਰਹੀ ਸੀ ਕਿ ਵੈਕਸੀਨ ਦੇ ਡੋਜ਼ਸ ਲਈਏ ਜਾਂ ਨਾ ਲਈਏ, ਪਰ ਹੁਣ ਜਿਹੜੇ ਲੇਟੈਸਟ ਪੋਲ ਸਾਹਮਣੇ ਆਏ ਨੇ ਉਹਦੇ ਵਿੱਚ ਮੈਜੋਰਟੀ ਆਫ ਦਾ ਕੈਨੇਡੀਅਨਸ ਜਿਹੜੇ ਅਗਰੀ ਕਰਦੇ ਨੇ, ਉਹ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਵੀ ਨਜ਼ਰ ਆ ਰਹੇ ਨੇ ਤੇ ਉਹ ਇਸ ਗੱਲ ਨੂੰ ਲੈ ਕੇ ਅਗਰੀ ਵੀ ਕਰ ਰਹੇ ਨੇ ਕਿ ਅਸੀਂ ਵੈਕਸੀਨ ਲੈਣ ਲਈ ਤਿਆਰ ਹਾਂ ਤੇ ਕਿੰਨੀ ਛੇਤੀ ਸਾਨੂੰ ਮਿਲ ਸਕਦੀ ਆ। ਸਰ, ਜਿਹੜੀ ਹੁਣ ਇਸ ਵਕਤ ਵੈਕਸੀਨ ਦਿੱਤੀ ਜਾ ਰਹੀ ਹੈ, ਕੀ ਇਹ ਆਮ ਵੈਕਸੀਨ ਦੇ ਵਾਂਗੂ ਹੀ ਜਿਵੇਂ ਫਲੂ ਸ਼ਾਟਸ ਦਿੱਤੇ ਜਾਂਦੇ ਆ ਉਵੇਂ ਹੀ ਦਿੱਤੀ ਜਾ ਰਹੀ ਹੈ ਕਿ ਇਹਦਾ ਪ੍ਰੋਸੀਜਰ ਕੁਝ ਡਿਫਰੈਂਟ ਆ? ਸਿਮਿਲਰ ਹੀ ਹੈਗਾ ਜੀ ਤਰਨਜੀਤ ਜੀ, ਦੀ ਬਾਂਹ ਵਿੱਚ ਦਿੱਤੀ ਜਾਏਗੀ ਤੇ 2 ਸ਼ਾਟ ਲੱਗਣਗੇ। ਸੋ 1 ਸ਼ਾਟ ਤੋਂ ਬਾਅਦ 3 ਜਾਂ 4 ਹਫ਼ਤੇ ਵਿੱਚ ਦੁਬਾਰਾ ਦੂਸਰਾ ਸ਼ਾਟ, ਦੂਸਰਾ ਇੰਜੈਕਸ਼ਨ ਲਗਾਉਣਾ ਜ਼ਰੂਰੀ ਹੈਗਾ। ਇਹ ਸਾਰਿਆਂ ਵਾਸਤੇ ਹੈਗਾ, ਭਾਵੇਂ ਤੁਹਾਨੂੰ ਕੋਵਿਡ ਹੋਇਆ ਭਾਵੇਂ ਨਹੀਂ ਹੋਇਆ। ਜੇ ਕੋਵਿਡ ਹੋਇਆ ਵੀ ਹੈਗਾ ਤਾਂ ਵੀ ਉਹ ਕਹਿ ਰਹੇ ਨੇ ਕਿ ਦੁਬਾਰਾ ਲਗਾ ਲਓ, ਕਿਉਂਕਿ ਤੁਹਾਡੀ ਇਮਿਊਨਿਟੀ ਤਾਂ ਹੀ ਉਹਦੇ ਵਾਸਤੇ ਸਟਰੋਂਗ ਰਹਿ ਸਕਦੀ ਹੈਗੀ ਆ। ਸੋ 40 ਮਿਲੀਅਨ ਜੇ ਕੈਨੇਡੀਅਨ ਲਗਾ ਲੈਣਗੇ ਤੇ ਬਹੁਤ ਵਧੀਆ ਹੋਏਗਾ। ਜੇ ਆਪਾਂ ਦੇਖੀਏ ਹਾਲੇ ਤੱਕ ਪੂਰੇ ਵਰਲਡ ਵਿੱਚ ਤੇ ਅਰਾਊਂਡ 30 ਮਿਲੀਅਨ ਦੇ ਆਸ-ਪਾਸ ਵੈਕਸੀਨਸ ਲੱਗ ਚੁੱਕੀਆਂ ਹੈਗੀਆਂ ਨੇ, ਤੇ ਐਵੇਂ ਦੀ ਕੋਈ ਸਾਈਡ ਇਫੈਕਟ ਜਾਂ ਡਰਨ ਵਾਲੀ ਕੋਈ ਗੱਲ ਨਹੀਂ ਆ ਰਹੀ ਹੈਗੀ ਹੈ। ਤੇ 30 ਮਿਲੀਅਨ ਵੈਕਸੀਨ ਲੱਗਣ ਤੋਂ ਬਾਅਦ ਜੇ ਪ੍ਰੋਬਲਮ ਨਹੀਂ ਆ ਰਹੀ, ਆਪਾਂ ਨੂੰ ਕੋਈ ਸ਼ੰਕਾ ਨਹੀਂ ਕਰਨੀ, ਕੋਈ ਸੋਚਣਾ ਨਹੀਂ ਹੈਗਾ। ਜਦੋਂ ਤੁਹਾਡਾ ਨੰਬਰ ਆਉਂਦਾ ਹੈਗਾ, ਤੁਸੀਂ ਜ਼ਰੂਰ ਜਾ ਕੇ ਲਗਵਾ ਲੈਣੀ। ਵੈਕਸੀਨ ਜਦੋਂ ਬਣੀ ਸੀ, ਇਹ ਜਦੋਂ ਇਹਦੀ ਚੱਲ ਰਹੀ ਸੀ, ਇਹਦਾ ਪੀਰੀਅਡ ਚੱਲ ਰਿਹਾ ਸੀ ਵੈਕਸੀਨ ਬਣਨ ਦਾ, ਤਾਂ ਉਸ ਵੇਲੇ ਜਦੋਂ ਇਹ ਵੈਕਸੀਨ ਤਿਆਰ ਹੋ ਰਹੀ ਸੀ, ਕੋਵਿਡ ਦੀ ਫਸਟ ਵੇਵ ਚੱਲ ਰਹੀ ਸੀ, ਤਾਂ ਉਸ ਅਕੋਰਡਿੰਗ ਐਕਸਪੈਰੀਮੈਂਟ ਕੀਤੇ ਜਾ ਰਹੇ ਸੀ। ਹੁਣ ਅਸੀਂ ਦੇਖ ਰਹੇ ਹਾਂ ਕਿ ਹੁਣ ਕਰੋਨਾ ਵਾਇਰਸ ਦੇ ਵੱਖ-ਵੱਖ ਸਟ੍ਰੇਨ ਵੀ ਸਾਹਮਣੇ ਆ ਰਹੇ ਨੇ। ਜਿਹੜੀ ਹੁਣ ਵੈਕਸੀਨ ਮੋਡਰਨਾ ਜਾਂ ਫਿਰ ਫਾਈਜ਼ਰ ਦੀ ਅਸੀਂ ਗੱਲ ਕਰ ਰਹੇ ਹਾਂ, ਕਿ ਇਹ ਸੈਕਿੰਡ ਜਿਹੜਾ ਸਟ੍ਰੇਨ ਸਾਹਮਣੇ ਆ ਰਿਹਾ ਉਹਦੇ ਉੱਤੇ ਵੀ ਉਨੀ ਅਸਰਦਾਰ ਸਾਬਿਤ ਹੋਊਗੀ? ਜੀ, ਤੇ ਇਹ ਬਹੁਤ ਹੀ ਵਧੀਆ ਕੁਐਸਚਨ ਹੈਗਾ ਐਂਡ ਇੰਪੋਰਟੈਂਟ ਕੁਐਸਚਨ ਹੈਗਾ। ਵੀ ਥੋੜਾ ਫਰਕ ਆ ਰਿਹਾ ਹੈ ਕਰੋਨਾ ਵਾਇਰਸ ਦੇ ਸਟ੍ਰੇਨ ਵਿੱਚ, ਜਿਹੜਾ ਆਪਾਂ UK ਦਾ ਸਟ੍ਰੇਨ ਕਹਿ ਰਹੇ ਹਾਂ ਜਾਂ ਫਿਰ ਇੱਕ ਸਾਊਥ ਅਫਰੀਕਾ ਦਾ ਸਟ੍ਰੇਨ ਵੀ ਹੈਗਾ, ਉਹਦੇ ਵਿੱਚ ਵੀ ਥੋੜਾ ਜਿਹਾ ਜੈਨੇਟਿਕ ਮਟੀਰੀਅਲ ਉਹਦਾ ਫਰਕ ਹੈਗਾ। ਪਰ ਹਾਲੇ ਤੱਕ ਜਿਵੇਂ ਦੀ ਰਿਸਰਚ ਸਾਹਮਣੇ ਆਈ ਹੈਗੀ ਆ, ਅਗੇਨ ਹੋਰ ਰਿਸਰਚ ਦੀ ਜ਼ਰੂਰਤ ਹੈਗੀ ਆ, ਉਹਨਾਂ ਡਿਫਰੈਂਟ ਸਟ੍ਰੇਨਸ ਵਾਸਤੇ ਸਪੈਸ਼ਲ ਰਿਸਰਚ ਜਿਹੜੀ ਚੱਲ ਰਹੀ ਹੈਗੀ ਆ। ਪਰ ਹਾਲੇ ਤੱਕ ਜਿੰਨੀ ਰਿਸਰਚ ਸਾਨੂੰ ਪਤਾ ਹੈਗੀ ਆ, ਇਹ ਵੈਕਸੀਨ ਜਿਹੜੀਆਂ ਹੈਗੀਆਂ ਨੇ ਦੋਨੋਂ, ਮੋਡਰਨਾ ਤੇ ਫਾਈਜ਼ਰ ਜਿਹੜੀਆਂ ਹੈਗੀਆਂ ਨੇ, ਉਹ UK ਦੇ ਸਟ੍ਰੇਨ ਤੇ ਸਾਊਥ ਅਫਰੀਕਾ ਦੇ ਸਟ੍ਰੇਨ ਤੇ ਵੀ ਹੋ ਸਕਦਾ ਕਿ ਕੰਮ ਉਵੇਂ ਹੀ ਕਰਨਗੀਆਂ। UK ਦੇ ਸਟ੍ਰੇਨ ਬਾਰੇ ਸਾਨੂੰ ਥੋੜੀ ਜ਼ਿਆਦਾ ਜਾਣਕਾਰੀ ਹੈਗੀ ਆ, ਤੇ UK ਦੇ ਸਟ੍ਰੇਨ ਤੇ ਲੱਗਦਾ ਹੈ ਕਿ ਦੋਵੇਂ ਹੀ ਕਾਮਯਾਬ ਰਹਿਣਗੇ। ਪ੍ਰੈਗਨੈਂਟ ਵਿਮਨਸ ਦੀ ਗੱਲ ਕਰੀਏ ਜਾਂ ਫਿਰ ਅਸੀਂ ਬੱਚਿਆਂ ਦੀ ਗੱਲ ਕਰੀਏ, ਇਹ ਵੀ ਕਿਹਾ ਜਾ ਰਿਹਾ ਕਿ ਬੱਚਿਆਂ ਦੇ ਉੱਤੇ ਇਸ ਵੈਕਸੀਨ ਦਾ ਜਿਹੜਾ ਆ ਕੋਈ ਵੀ ਐਕਸਪੈਰੀਮੈਂਟ ਕਰਕੇ ਨਹੀਂ ਦੇਖਿਆ ਗਿਆ, ਤਾਂ ਬੱਚਿਆਂ ਲਈ ਇਹ ਸੇਫ ਨਹੀਂ ਹੈਗੀ। ਕਿ ਬੱਚਿਆਂ ਨੂੰ ਫਿਰ ਕਿਹੜੀ ਉਮਰ ਤੋਂ ਬਾਅਦ ਜਿਹੜੀ ਆ ਵੈਕਸੀਨ ਇਹ ਮਿਲਣੀ ਸ਼ੁਰੂ ਹੋ ਸਕਦੀ ਆ? ਜੀ,
ਸੋ ਆਪਾਂ ਨਾ ਤਰਨਜੀਤ ਜੀ ਜਦੋਂ ਸੁਣਦੇ ਹੈਗੇ ਆ ਕਿ ਬੱਚਿਆਂ ਤੇ ਐਕਸਪੈਰੀਮੈਂਟ ਨਹੀਂ ਹੋਇਆ ਤੇ ਐਕਸਪੈਰੀਮੈਂਟ ਤੇ ਆਪਾਂ ਬੱਚਿਆਂ ਨੂੰ ਨਹੀਂ ਦੇਣੀ ਹਾਲੇ, ਉਹਦਾ ਪਰ ਇਹ ਮਤਲਬ ਨਹੀਂ ਹੈਗਾ ਕਿ ਬੱਚਿਆਂ ਵਾਸਤੇ ਸੇਫ ਨਹੀਂ ਹੈਗੀ ਆ। ਓਕੇ। ਸੋ ਸਾਨੂੰ ਉਹਦਾ ਮਤਲਬ ਹੈਗਾ ਕਿ ਬੱਚਿਆਂ ਵਿੱਚ ਸੇਫ ਹੈਗੀ ਹੈ ਜਾਂ ਇਫੈਕਟਿਵ ਹੈਗੀ ਹੈ, ਸਾਨੂੰ ਪਤਾ ਨਹੀਂ ਹੈ ਨਾ। ਤੇ ਜੇ ਹੁਣ ਆਪਾਂ ਜੇ ਅੱਜ ਦੀ ਰਿਸਰਚ ਦੀ ਗੱਲ ਕਰੀਏ ਜਿਹੜੀ ਐਡਲਟਸ ਵਿੱਚ 16 ਸਾਲ ਤੋਂ ਉੱਪਰ ਵਾਲਿਆਂ ਦੀ ਰਿਸਰਚ ਹੋਈ ਹੈਗੀ ਆ, ਉਹਦੇ ਹਿਸਾਬ ਨਾਲ ਆਪਾਂ ਕਹਿ ਰਹੇ ਹੈਗੇ ਆ ਕਿ 16 ਸਾਲ ਤੋਂ ਉੱਪਰ ਜਿਹੜੇ ਲੋਕ ਹੈਗੇ ਨੇ, ਬੱਚੇ ਵੀ 16 ਸਾਲ ਤੋਂ ਉੱਪਰ ਜਿਹੜੇ ਹੈਗੇ ਨੇ, ਉਹਨਾਂ ਨੂੰ ਆਪਾਂ ਦੇ ਸਕਦੇ ਹੈਗੇ ਆ। ਪਰ ਹੁਣ ਬੱਚਿਆਂ ਵਿੱਚ ਵੀ ਇਹ ਰਿਸਰਚ ਸ਼ੁਰੂ ਹੋ ਗਈ ਹੈਗੀ ਆ ਜਨਵਰੀ ਤੋਂ ਹੀ, ਬਲਕਿ ਕੈਨੇਡਾ ਵਿੱਚ ਹੀ ਰਿਸਰਚ ਵੀ ਹੋ ਰਹੀ ਹੈਗੀ ਆ, ਬੱਚਿਆਂ ਨੂੰ ਵੀ ਦਿੱਤੀ ਜਾ ਰਹੀ ਹੈਗੀ ਆ। ਉਮੀਦ ਹੈਗੀ ਹੈ ਕਿ ਬਈ 2-3 ਮਹੀਨਿਆਂ ਵਿੱਚ ਸਾਨੂੰ ਪਤਾ ਲੱਗ ਜਾਣਾ ਹੈਗਾ ਕਿ ਬੱਚਿਆਂ ਨੂੰ ਵੀ ਵੈਕਸੀਨ ਫਾਇਦਾ ਕਰ ਸਕਦੀ ਹੈਗੀ ਹੈ, ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਹੈਗਾ। ਇਹ ਵੀ ਆਪਾਂ ਨੂੰ ਪਤਾ ਲੱਗ ਜਾਣਾ ਹੈਗਾ 2-3 ਮਹੀਨਿਆਂ ਦੇ ਵਿੱਚ ਹੀ। ਇਸ ਕਰਕੇ ਹੀ ਮੇਰੇ ਖਿਆਲ ਜਿਹੜੀ ਜਸਟਿਨ ਟਰੂਡੋ ਸਾਡੇ ਪ੍ਰਾਈਮ ਮਿਨਿਸਟਰ ਨੇ ਜਿਹੜੀ ਅੱਜ ਅਨਾਉਂਸਮੈਂਟ ਕੀਤੀ ਹੈਗੀ ਆ ਵੀ ਐਕਸਟਰਾ ਜਿਹੜੀਆਂ ਵੈਕਸੀਨ ਮੰਗਾਈਆਂ ਨੇ, ਐਸੇ ਕਰਕੇ ਮੰਗਾਈਆਂ ਨੇ ਕਿ ਉਦੋਂ ਤੱਕ ਉਮੀਦ ਹੈਗੀ ਹੈ ਜੂਨ-ਜੁਲਾਈ ਤੱਕ ਬੱਚਿਆਂ ਨੂੰ ਵੀ ਲਗਾਉਣੀ ਜਿਹੜੀ ਹੈਗੀ ਹੈ ਸ਼ੁਰੂ ਕਰ ਸਕਾਂਗੇ। ਜੇ ਆਪਾਂ ਪ੍ਰੈਗਨੈਂਟ ਵੂਮਨ ਦੀ ਗੱਲ ਕਰ ਲਈਏ, ਜਿਹੜੇ ਲੇਡੀਜ਼ ਜਿਹੜੀਆਂ ਪ੍ਰੈਗਨੈਂਟ ਹੈਗੀਆਂ ਨੇ, ਉਹਨਾਂ ਨੂੰ ਤਾਂ ਹੁਣੇ ਹੀ ਗਵਰਨਮੈਂਟ ਨੇ ਕਹਿਤਾ ਹੈਗਾ, ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਕਹਿਤਾ ਹੈਗਾ ਤੁਸੀਂ ਪ੍ਰੈਗਨੈਂਟ ਵੂਮਨ ਨੂੰ ਲਗਾ ਸਕਦੇ ਹੈਗੇ ਨੇ ਵੈਕਸੀਨ ਜਿਹੜੀ ਹੈਗੀ ਆ। ਪਹਿਲਾਂ ਕਿਹਾ ਜਾ ਰਿਹਾ ਸੀਗਾ, ਪਹਿਲਾਂ ਮਨਾਹੀ ਹੈਗੀ ਸੀਗੀ ਕਿ ਪ੍ਰੈਗਨੈਂਟ ਵੂਮਨ ਨੂੰ ਨਹੀਂ ਲਗਾਣੀ, ਪਰ ਜੇ ਆਪਾਂ ਬੈਨੀਫਿਟਸ ਦੇਖੀਏ, ਫਾਇਦੇ ਦੇਖੀਏ ਵੈਕਸੀਨ ਦੇ, ਤੇ ਨੁਕਸਾਨ ਜਿਹੜੇ ਹੋ ਸਕਦੇ ਨੇ ਉਹਨਾਂ ਨੂੰ ਆਪਾਂ ਵੇਖ ਕਰੀਏ, ਤਰਾਜੂ ਵਿੱਚ ਮਾਪੀਏ ਇੱਕ ਤਰ੍ਹਾਂ ਨਾਲ, ਤੇ ਪ੍ਰੈਗਨੈਂਟ ਲੇਡੀਜ਼ ਨੂੰ ਵੀ ਫਾਇਦਾ ਜਿਹੜਾ ਹੈਗਾ ਉਹਦਾ ਵੈਕਸੀਨ ਦਾ ਬਹੁਤ ਜ਼ਿਆਦਾ ਹੈਗਾ, ਸਪੈਸ਼ਲੀ ਜਦੋਂ ਇੰਨਾ ਜ਼ਿਆਦਾ ਕੋਵਿਡ ਵੱਧ ਰਿਹਾ ਹੈਗਾ। ਇਸ ਲਈ ਉਹਨਾਂ ਨੇ ਕਿਹਾ ਹੈਗਾ ਕਿ ਪ੍ਰੈਗਨੈਂਟ ਵੂਮਨ ਨੂੰ ਵੀ ਹੁਣ ਲਗਾ ਸਕਦੇ। ਸਰ, ਤੁਹਾਡੀ ਕਿਸੇ ਹੈਲਥ ਕੇਅਰ ਵਰਕਰਸ ਨਾਲ ਵੀ ਗੱਲ ਹੋਈ ਹੋਣੀ ਹੈ, ਫਰੰਟਲਾਈਨ ਵਰਕਰਸ ਨਾਲ, ਜਿਨ੍ਹਾਂ ਨੂੰ ਕੋਵਿਡ ਦਾ ਡੋਜ਼ ਮਿਲੀ ਹੋਵੇ। ਸੋ ਕੀ ਉਹਨਾਂ ਨੂੰ ਫੀਲ ਹੋਇਆ ਜਦੋਂ ਕੋਵਿਡ ਦਾ ਇਹ ਡੋਜ਼ ਉਹਨਾਂ ਨੂੰ ਮਿਲੀ ਆ? ਉਸ ਤੋਂ ਬਾਅਦ ਕੀ ਬੋਡੀ ਦੇ ਵਿੱਚ ਕੁਝ ਉਹਨਾਂ ਨੂੰ ਡਿਫਰੈਂਟ ਚੇਂਜਸ ਕੋਈ ਨਜ਼ਰ ਆਏ, ਜਾਂ ਉਹਨਾਂ ਨੂੰ ਕੋਈ ਸਿੰਪਟਮਸ ਕੋਈ ਫੀਲ ਹੋਏ, ਕੋਈ ਅਜਿਹੇ ਕਿ ਉਹਨਾਂ ਦੀ ਬੋਡੀ ਸਹੀ ਨਹੀਂ ਹੈਗੀ? ਮਤਲਬ ਕੀ ਫੀਲ ਹੋਇਆ ਉਹਨਾਂ ਨੂੰ? ਜੀ, ਸੋ ਮੈਂ ਹੈਲਥ ਕੇਅਰ ਵਰਕਰ ਨਾਲ, ਮੈਂ ਆਪਣੇ ਫਰੈਂਡਸ ਵਗੈਰਾ ਨਾਲ ਰੋਜ਼ ਹੀ ਗੱਲ ਕਰਦਾ ਰਹਿੰਦਾ ਹੈਗਾ। ਉਹਨਾਂ ਨਾਲ ਵੀ ਗੱਲ ਹੋਈ ਹੈ ਜਿਨ੍ਹਾਂ ਨੂੰ ਕੋਵਿਡ ਹੋਇਆ ਹੈਗਾ, ਉਹਨਾਂ ਨਾਲ ਵੀ ਗੱਲ ਹੋਈ ਹੈ ਜਿਨ੍ਹਾਂ ਨੇ ਵੈਕਸੀਨ ਲਈ ਹੈਗੀ ਆ। ਪਹਿਲਾਂ ਜੇ ਆਪਾਂ ਕੋਵਿਡ ਦੀ ਗੱਲ ਕਰ ਲਈਏ, ਤੇ ਜਿਹੜੇ ਕਈ ਡਾਕਟਰ ਹੈਗੇ ਨੇ, ਨਰਸਾਂ ਹੈਗੀਆਂ ਨੇ, ਜਿਨ੍ਹਾਂ ਨੂੰ ਇੱਕ ਤਰ੍ਹਾਂ ਕਹਿ ਦਈਏ ਜੰਗ ਦੇ ਮੈਦਾਨ ਵਿੱਚ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਗੋਲੀ ਲੱਗੀ ਹੈਗੀ ਹੈ, ਕੋਵਿਡ ਹੋਇਆ ਹੈਗਾ, ਕਿ ਉਹ ਕੋਵਿਡ ਦੇ ਮਰੀਜ਼ਾਂ ਨੂੰ ਹੈਲਪ ਕਰ ਰਹੇ ਸੀਗੇ, ਉਹਨਾਂ ਦੀ ਟੇਕ ਕੇਅਰ ਕਰ ਰਹੇ ਸੀਗੇ। ਤੇ ਉਹ ਕੋਵਿਡ ਜਿਹੜਾ ਹੈਗਾ ਉਹਨਾਂ ਨੂੰ ਵੀ ਓਨਾ ਹੀ ਸਿਵੀਅਰ ਹੁੰਦਾ ਜਿੰਨਾ ਕਈ ਵਾਰੀ ਕਮਿਊਨਿਟੀ ਵਿੱਚ ਹੁੰਦਾ ਹੈਗਾ। ਐਵੇਂ ਨਹੀਂ ਹੁੰਦਾ ਕਿ ਡਾਕਟਰਾਂ ਜਾਂ ਨਰਸਾਂ ਦੀ ਜ਼ਿਆਦਾ ਇਮਿਊਨਿਟੀ ਹੁੰਦੀ ਹੈਗੀ ਆ, ਕਿਸੇ ਦੀ ਵੀ ਇਮਿਊਨਿਟੀ ਇਸ ਵਾਇਰਸ ਦੇ ਅਗੇਂਸਟ ਹੈ ਹੀ ਨਹੀਂ। ਤੇ ਕਾਫੀ ਮੇਰੇ ਫਰੈਂਡਸ ਹੈਗੇ ਨੇ ਜਿਨ੍ਹਾਂ ਨੂੰ ਕੋਵਿਡ ਹੋਇਆ, ਇੰਡੀਆ ਵਿੱਚ ਵੀ ਹੋਇਆ, ਅਮਰੀਕਾ ਵਿੱਚ ਵੀ ਹੋਇਆ। ਮੇਰੇ ਕਾਫੀ ਫਰੈਂਡਸ ਹੈਗੇ ਨੇ, ਉਹਨਾਂ ਨੇ ਇਹੀ ਦੱਸਿਆ ਹੈਗਾ ਕਿ ਐਵੇਂ ਜਿਵੇਂ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ 10 ਗੁਣਾ ਜ਼ਿਆਦਾ ਫਲੂ ਜਿਹਨੂੰ ਆਪਾਂ ਕਹਿ ਦਈਏ ਇੱਕ ਤਰ੍ਹਾਂ ਨਾਲ, ਉਵੇਂ ਦਾ ਫੀਲ ਹੁੰਦਾ ਹੈਗਾ ਕੋਵਿਡ ਦੇ ਨਾਲ। ਮਤਲਬ ਬੋਡੀ ਬਿਲਕੁਲ ਥੱਕੀ ਹੋਈ ਮਹਿਸੂਸ ਕਰਦੀ, ਟੁੱਟੀ ਮਹਿਸੂਸ ਕਰਦੀ ਹੈਗੀ ਹੈ, ਹੈਡੇਕ ਹੁੰਦਾ ਹੈਗਾ ਬਹੁਤ ਜ਼ਿਆਦਾ, ਕੰਬਣੀ ਆਉਂਦੀ ਹੈਗੀ ਹੈ, ਬੁਖਾਰ ਹੋ ਜਾਂਦਾ, ਖੰਘ ਹੁੰਦੀ ਹੈਗੀ ਹੈ, ਸਾਹ ਨਹੀਂ ਆਉਂਦਾ। ਕਈ ਇੱਥੇ ਆਪਾਂ ਕਹਿ ਲਈਏ ਕੈਨੇਡਾ ਵਿੱਚ ਵੀ, ਹੋਰ ਜਗ੍ਹਾ ਵੀ ਕਈ ਡਾਕਟਰਸ ਜਿਹੜੇ ਹੈਗੇ ਨੇ, ਕਈ ਨਰਸਾਂ ਜਿਹੜੀਆਂ ਹੈਗੀਆਂ ਨੇ, ਉਹਨਾਂ ਨੂੰ ਵੀ ICU ਵਿੱਚ ਭਰਤੀ ਕੀਤਾ ਗਿਆ ਹੈਗਾ। ਕਈ ਡਾਕਟਰ ਮਰ ਵੀ ਗਏ ਹੈਗੇ ਨੇ। ਜਿਵੇਂ ਮੈਂ ਦਿੱਲੀ ਤੋਂ ਹੈਗਾ, ਦਿੱਲੀ ਤੋਂ ਮੈਂ ਪੜ੍ਹਾਈ ਕੀਤੀ ਸੀਗੀ, ਤੇ ਮੇਰੇ ਜਿਹੜੇ ਕਮਿਊਨਿਟੀ ਦੇ ਡਾਕਟਰ ਹੈਗੇ ਸੀਗੇ, ਉਹਨਾਂ ਦੀ ਵੀ ਮੌਤ ਕੋਵਿਡ ਦੇ ਕਰਕੇ ਹੋਈ। ਅੱਜ ਹੀ ਮੈਨੂੰ ਪਤਾ ਲੱਗਿਆ ਤੇ ਬਰੈਂਪਟਨ ਵਿੱਚ ਵੀ ਇੱਕ ਡਾਕਟਰ ਹੈਗੇ ਨੇ, ਉਹਨਾਂ ਨੂੰ ਵੀ ਕੋਵਿਡ ਦੇ ਨਾਲ, ਉਹਨਾਂ ਦੀ ਵੀ ਅੱਜ ਉਹ ਪਾਸ ਅਵੇ ਹੋ ਗਏ ਨੇ। ਬਹੁਤ ਹੀ ਇੱਕ ਤਰ੍ਹਾਂ ਨਾਲ ਬਹੁਤ ਹੀ ਸੈਡ ਸਿਚੁਏਸ਼ਨ ਹੈਗੀ ਆ ਵੀ ਆਪਾਂ ਕੇਅਰ ਕਰਨ ਦੇ ਕਾਰਨ ਮਰੀਜ਼ਾਂ ਦੀ ਆਪਾਂ ਆਪਣੀ ਜਾਨ ਇੱਕ ਤਰ੍ਹਾਂ ਨਾਲ ਗਵਾ ਦਿੰਦੇ ਹੈਗੇ। ਜੇ ਆਪਾਂ ਵੈਕਸੀਨ ਦੀ ਗੱਲ ਕਰੀਏ ਤੇ ਕਾਫੀ ਜਿਹੜੇ ਮੇਰੇ ਡਾਕਟਰ ਫਰੈਂਡਸ ਹੈਗੇ ਨੇ ਅਮਰੀਕਾ ਵਿੱਚ ਸਪੈਸ਼ਲੀ, ਪਰ ਇੱਥੇ ਵੀ ਜਿਹੜੇ ਨਰਸਿੰਗ ਹੋਮ ਵਗੈਰਾ ਵਿੱਚ ਕੰਮ ਕਰਦੇ ਹੈਗੇ ਨੇ, ਉਹਨਾਂ ਨੂੰ ਮਿਲਣੀ ਸ਼ੁਰੂ ਹੋ ਗਈ ਹੈਗੀ ਹੈ ਵੈਕਸੀਨ ਜਿਹੜੀ ਹੈਗੀ ਆ। ਤੇ ਇੱਥੇ ਜਿਹੜੀ ਵੈਕਸੀਨ ਮਿਲ ਰਹੀ ਹੈਗੀ ਆ, ਉਹ ਜਾਂ ਤਾਂ ਫਾਈਜ਼ਰ ਦੀ ਹੈਗੀ ਹੈ ਜ਼ਿਆਦਾਤਰ, ਜਾਂ ਮੋਡਰਨਾ ਦੀ ਹੁਣੇ ਮਿਲਣੀ ਸ਼ੁਰੂ ਹੋਈ ਹੈ, ਉਹ ਨਰਸਿੰਗ ਹੋਮਸ ਵਿੱਚ ਦੇ ਰਹੇ ਨੇ। ਤੇ ਫਾਈਜ਼ਰ ਦੀ ਵੈਕਸੀਨ ਜਿਹੜੀ ਹੈਗੀ ਆ, ਉਹਦੇ ਨਾਲ ਉਹਨਾਂ ਨੇ ਕਿਹਾ ਕਿ ਮੇਬੀ 2-3 ਘੰਟੇ ਬਾਅਦ ਤੇ ਜਿੱਥੇ ਇੰਜੈਕਸ਼ਨ ਲੱਗਦਾ ਉੱਥੇ ਥੋੜੀ ਦਰਦ ਹੁੰਦੀ ਹੈਗੀ ਆ, ਜਾਂ ਫਿਰ ਕੁਝ ਘੰਟੇ ਵਾਸਤੇ ਸਿਰ ਦਰਦ ਹੁੰਦਾ ਹੈਗਾ।
ਹਲਕਾ ਜਿਹਾ ਸਿਰ ਦਰਦ ਹੁੰਦਾ ਹੈ, ਉਹਨਾਂ ਨੇ ਛੁੱਟੀ ਨਹੀਂ ਲੈਣੀ ਪਈ, ਉਹਨਾਂ ਨੂੰ ਆਪਣੇ ਕੰਮ ਤੇ ਗਏ, ਇੱਕ ਟਾਈਲੈਨੋਲ ਦੀ ਗੋਲੀ ਲੈ ਲਈ, ਸਿਰ ਦਰਦ ਚਲਾ ਗਿਆ। ਫਿਰ ਉਸ ਤੋਂ ਬਾਅਦ ਕੋਈ ਫੀਲ ਨਹੀਂ ਕੀਤਾ ਕਿਸੇ ਨੇ ਵੀ, ਐਵੇਂ ਕੋਈ ਸਾਈਡ ਇਫੈਕਟ ਦੀ ਕੋਈ ਗੱਲ ਨਹੀਂ। ਹੂੰ। ਤੇ ਸਰ ਜਿਵੇਂ ਤੁਸੀਂ ਗੱਲ ਕੀਤੀਆਂ ਹੋਣੀ ਹੈਲਥ ਲਾਈਨ ਵਰਕਰਸ ਦੀ ਆਪਣੀ ਜਾਨ ਮੁਸ਼ਕਿਲ ਵਿੱਚ ਪਾ ਕੇ ਬਾਕੀਆਂ ਦੀ ਉਹ ਸੇਵਾ ਕਰਨ ਵਿੱਚ ਲੱਗੇ ਹੋਏ ਨੇ, ਪਰ ਕੁਝ ਲੋਕ ਨੇ ਅਜੇ ਵੀ ਹਦਾਇਤਾਂ ਦਾ ਪਾਲਣ ਨਹੀਂ ਕਰ ਰਹੇ, ਜਾਂ ਅਸੀਂ ਕਹਿ ਲਈਏ ਕਿ ਜਿੰਨੀ ਅਸੀਂ ਪਹਿਲਾਂ ਸਾਵਧਾਨੀ ਵਰਤ ਰਹੇ ਸੀ ਉਸ ਤਰੀਕੇ ਨਾਲ ਹੁਣ ਅਸੀਂ ਸਾਵਧਾਨੀ ਨਹੀਂ ਵਰਤ ਰਹੇ। ਪਹਿਲਾਂ ਅਸੀਂ ਕੋਈ ਗਰੋਸਰੀ ਸਟੋਰ ਵੀ ਜਾਂਦਾ ਸੀ ਪੂਰਾ ਪੈਕ ਹੋ ਕੇ ਜਾਂਦਾ ਸੀ, ਗਲਵਸ ਪਾਉਂਦੇ ਸੀਗੇ, ਮਾਸਕ ਪਾਇਆ ਹੁੰਦਾ ਸੀ, ਜਾਂ ਆਪਣੇ ਆਪ ਨੂੰ ਪੂਰਾ ਸੈਨੀਟਾਈਜ਼ ਕਰਕੇ ਰੱਖਦੇ ਸੀ। ਗਰੋਸਰੀ ਵੀ ਇਨਫੈਕਟ ਜਿਹੜੀ ਆ ਲੈ ਕੇ ਆਉਂਦੇ ਸੀ ਤਾਂ 2-2 ਦਿਨ ਤੱਕ ਉੱਥੇ ਬਾਹਰ ਪਈ ਰਹਿੰਦੀ ਸੀ, ਉਹਨੂੰ ਸੈਨੀਟਾਈਜ਼ ਕਰਦੇ ਸੀ। ਅੱਜ ਅਸੀਂ ਦੇਖ ਰਹੇ ਹਾਂ ਸਾਰੀਆਂ ਹਦਾਇਤਾਂ ਨੂੰ ਅਸੀਂ ਛਿੱਕੇ ਟੰਗ ਰਹੇ ਹਾਂ ਤੇ ਕਿਸੇ ਵੀ ਚੀਜ਼ ਦਾ ਪਾਲਣ ਨਹੀਂ ਕਰ ਰਹੇ। ਨਹੀਂ, ਬਿਲਕੁਲ ਸਹੀ ਗੱਲ ਹੈ ਜੀ ਤਰਨਜੀਤ ਜੀ। ਉਦੋਂ ਡਰ ਬਹੁਤ ਜ਼ਿਆਦਾ ਹੈਗਾ ਸੀਗਾ ਤੇ ਇਨਫੋਰਮੇਸ਼ਨ ਬਹੁਤ ਘੱਟ ਹੈਗੀ ਸੀਗੀ। ਇਸ ਕਰਕੇ ਆਪਾਂ ਕਹਿੰਦੇ ਆ ਨਾ ਮਿਸ ਇਨਫੋਰਮੇਸ਼ਨ ਜਾਂ ਫਿਰ ਡਿਸਇਨਫੋਰਮੇਸ਼ਨ, ਮਤਲਬ ਕਿ ਗਲਤ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਲੋਕਾਂ ਤੱਕ ਪਹੁੰਚ ਰਹੀ ਸੀਗੀ। ਹੁਣ ਜਿਹੜੀ ਹੈਗੀ ਹੈ ਸਹੀ ਇਨਫੋਰਮੇਸ਼ਨ ਹੈਗੀ ਹੈ, ਪਰ ਪ੍ਰੋਬਲਮ ਕੀ ਹੋ ਗਈ ਹੈਗੀ ਹੈ ਕਿ ਦੋ ਪ੍ਰੋਬਲਮਸ ਹੈਗੀਆਂ ਮੇਰੇ ਖਿਆਲ ਨਾਲ ਹਾਲੇ ਵੀ ਇਨਫੋਰਮੇਸ਼ਨ ਦੀ, ਜੇ ਆਪਾਂ ਗੱਲ ਕਰ ਲਈਏ। ਇੱਕ ਤਾਂ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹ ਸਹੀ ਤਰ੍ਹਾਂ ਪਹੁੰਚਾਈ ਨਹੀਂ ਜਾ ਰਹੀ ਹੈਗੀ ਆ। ਜੇ ਆਪਾਂ ਗਵਰਨਮੈਂਟ ਦੀ ਵੀ ਗੱਲ ਕਰ ਲਈਏ, ਆਈ ਵੁੱਡ ਸੇ ਕਿ ਸਪੈਸ਼ਲੀ ਓਨਟਾਰੀਓ ਵਿੱਚ ਤੇ ਗਵਰਨਮੈਂਟ ਜਿਹੜੀ ਹੈਗੀ ਹੈ 2 ਸਟੈਪ ਪਿੱਛੇ ਰਹੀ ਹੈਗੀ ਹੈ ਇਨਫੋਰਮੇਸ਼ਨ ਦੇਣ ਵਾਸਤੇ, ਸਪੈਸ਼ਲੀ ਆਪਣੀ ਕਮਿਊਨਿਟੀ ਵਿੱਚ। ਜੇ ਆਪਾਂ ਸਾਊਥ ਏਸ਼ੀਅਨ ਭਾਈਚਾਰੇ ਦੀ ਗੱਲ ਕਰ ਲਈਏ, ਵੀ ਲੈਂਗੁਏਜ ਵਿੱਚ ਐਜੂਕੇਸ਼ਨ ਜਿਹੜੀ ਹੈਗੀ ਹੈ, ਸਪੈਸ਼ਲੀ ਐਸੈਂਸ਼ੀਅਲ ਵਰਕਰਸ ਇੰਨੇ ਸਾਰੇ ਹੈਗੇ ਨੇ, ਫੈਕਟਰੀਆਂ ਇੰਨੀਆਂ ਸਾਰੀਆਂ ਹੈਗੀਆਂ ਨੇ, ਜਿਹੜੀ ਇਨਫੋਰਮੇਸ਼ਨ ਪਹੁੰਚਾਉਣੀ ਚਾਹੀਦੀ ਸੀਗੀ ਆਪਣੀ ਕਮਿਊਨਿਟੀ ਵਿੱਚ ਉਹ ਨਹੀਂ ਪਹੁੰਚਾਈ ਗਈ ਹੈਗੀ ਹੈ ਠੀਕ ਤਰ੍ਹਾਂ ਨਾਲ। ਇਸ ਲਈ ਵੀ ਇਹ ਪ੍ਰੋਬਲਮ ਜਿਹੜੀ ਹੈਗੀ ਬਹੁਤ ਜ਼ਿਆਦਾ ਵੱਧ ਗਈ ਹੈ। ਵੈਸੇ ਵੀ ਇਨ ਜਨਰਲ ਵੀ ਆਈ ਥਿੰਕ ਡਗ ਫੋਰਡ ਨੇ ਤੇ ਜਿਹੜੀ ਹੈ ਸਰਕਾਰ ਹੈਗੀ ਹੈ ਓਨਟਾਰੀਓ ਦੀ, ਉਹਨਾਂ ਨੇ ਇੱਕ ਤਰ੍ਹਾਂ ਨਾਲ, ਜੇ ਤੁਸੀਂ ਕ੍ਰਿਸਮਸ ਤੇ ਹੀ ਦੇਖ ਲਓ, ਉਹਨਾਂ ਨੇ ਜਿਹੜਾ ਲੋਕਡਾਊਨ ਕੀਤਾ ਸੀਗਾ ਕ੍ਰਿਸਮਸ ਤੇ, ਉਹਨਾਂ ਨੇ ਕਿਹਾ ਸੀਗਾ ਕਿ ਕ੍ਰਿਸਮਸ ਡੇ ਤੋਂ ਬਾਅਦ ਲੋਕਡਾਊਨ ਸ਼ੁਰੂ ਕਰਾਂਗੇ। ਉਹਨਾਂ ਨੇ ਹਫਤਾ ਪਹਿਲਾਂ ਕਹਿਤਾ ਸੀਗਾ ਤੇ ਹਫਤਾ ਜਿਹੜੀ ਉਹ ਕੇਸ ਵਧੇ, ਲੋਕਾਂ ਨੇ ਸੋਚਿਆ ਕਿ ਹਫਤਾ ਦਾ ਠੀਕ ਹੈਗਾ, ਆਪਾਂ ਮਿਲ ਸਕਦੇ ਹਾਂ ਕ੍ਰਿਸਮਸ ਤੱਕ, ਫਿਰ ਉਸ ਤੋਂ ਬਾਅਦ ਆਪਾਂ ਦੇਖ ਲਾਂਗੇ ਜਦੋਂ ਲੋਕਡਾਊਨ ਹੁੰਦਾ ਹੈਗਾ ਨਾ। ਤੋ ਆਪਾਂ ਜਿਹੜੀ ਹੈ ਇੱਕ ਤਰ੍ਹਾਂ ਨਾਲ ਕਹਿ ਦਈਏ, ਜਿਹੜੀ ਇਨਫੋਰਮੇਸ਼ਨ ਦਿੰਦੇ ਹੈਗੇ ਆ, ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ, ਉਹਦੇ ਗਲਤ ਸਾਈਨ ਜਿਹੜੇ ਹੈਗੇ ਨੇ ਆਪਾਂ ਦਿੰਦੇ ਹੈਗੇ ਆ। ਕੁਝ ਮਿਨਿਸਟਰ ਜਿਹੜੇ ਹੈਗੇ ਨੇ ਉਹ ਛੁੱਟੀਆਂ ਤੇ ਚਲੇ ਗਏ, ਇੱਥੇ ਵੈਕੇਸ਼ਨ ਮਾਰਨ ਚਲੇ ਗਏ। ਉਹ ਕਿੰਨੀ ਗਲਤ ਚੀਜ਼ ਹੈਗੀ ਹੈ, ਕਿੰਨੀ ਗਲਤ ਹਦਾਇਤ ਫਿਰ ਆਪਾਂ ਲੋਕਾਂ ਨੂੰ ਦੇ ਰਹੇ ਹੈਗੇ ਆ। ਤੇ ਫਿਰ ਉਹ 1/3 ਲੋਕ, ਜੇ ਆਪਾਂ ਕਹੀਏ, ਜਿਹੜੇ ਨਹੀਂ ਮੰਨ ਰਹੇ ਹੈਗੇ, ਉਹ ਐਸੇ ਹੀ ਕਹਿੰਦੇ ਹੈਗੇ ਤੁਸੀਂ ਇਹ ਇੱਕ ਪਾਸੋਂ ਤੋਂ ਕਹਿੰਦੇ ਇਹ ਹੈਗੇ, ਉਹ ਕਰਦੇ ਹੋਰ ਹੈਗੇ, ਉਹ ਇਹ ਪ੍ਰੋਬਲਮ ਹੈ। ਬਿਲਕੁਲ। ਤੇ ਸਰ ਜਿਵੇਂ ਦੂਸਰੀ ਤੁਸੀਂ ਪ੍ਰੋਬਲਮ ਜਿਹੜੀ ਜੀ ਨਹੀਂ ਤੁਸੀਂ ਪਹਿਲਾਂ ਕੰਟੀਨਿਊ ਕਰੋ, ਮੈਂ ਨੈਕਸਟ ਕੁਐਸਚਨ ਫਿਰ ਪੁੱਟ ਕਰਦੀ ਹਾਂ ਜੀ। ਦੂਸਰੀ ਪ੍ਰੋਬਲਮ ਜਿਹੜੀ ਹੈਗੀ ਆ, ਵੀ ਆਪਾਂ ਕੈਨੇਡਾ ਤੋਂ ਬਾਹਰ ਜੇ ਆਪਾਂ ਦੇਖੀਏ ਤੇ ਇੰਡੀਆ ਵਿੱਚ ਜਿਵੇਂ ਆਪਾਂ ਗੱਲ ਕਰੀਏ, ਤੇ ਇੰਡੀਆ ਵਿੱਚ ਵੀ ਬਹੁਤ ਜ਼ਿਆਦਾ ਮਿਸ ਇਨਫੋਰਮੇਸ਼ਨ ਹੈਗੀ ਆ। ਗਵਰਨਮੈਂਟ ਉੱਥੇ ਦੀ ਜਿਹੜੀ ਹੈਗੀ ਆ ਸਿਰਫ ਇੱਕੋ ਚੀਜ਼ ਤੇ ਕੰਟੀਨਿਊ ਗੱਲ ਕਰਦੀ ਆ ਰਹੀ ਹੈਗੀ ਆ, ਸਾਡੀ ਰਿਕਵਰੀ ਰੇਟ ਬਹੁਤ ਜ਼ਿਆਦਾ ਹੈਗਾ, ਸਾਡੀ ਇਮਿਊਨਿਟੀ ਬਹੁਤ ਜ਼ਿਆਦਾ ਹੈਗੀ ਆ, ਇੰਨੇ ਲੋਕ ਬਚ ਗਏ ਹੈਗੇ ਨੇ ਕੋਵਿਡ ਹੋਣ ਤੋਂ ਬਾਵਜੂਦ ਵੀ। ਪਰ ਆਪਾਂ ਇਹ ਨਹੀਂ ਦੇਖਦੇ ਕਿ ਉੱਥੇ 1.5 ਲੱਖ ਤੋਂ ਵੀ ਜ਼ਿਆਦਾ ਲੋਕ ਮਰ ਗਏ ਹੈਗੇ। ਆਪਾਂ ਉਹ ਨਹੀਂ ਦੇਖਦੇ, ਤੇ ਉਹ 1.5 ਲੱਖ ਜਿਹੜੇ ਹੈਗੇ ਨੇ ਮੇਰੇ ਖਿਆਲ ਨਾਲ ਅੰਡਰ ਐਸਟੀਮੇਟ ਹੈਗਾ, ਕਿਉਂਕਿ ਉੱਥੇ ਇੰਡੀਆ ਵਿੱਚ ਤਾਂ ਇਹ ਪੁੱਛ ਹੀ ਨਹੀਂ ਹੈਗੀ ਕਿ ਕਿਉਂ ਮਰ ਰਿਹਾ ਹੈਗਾ, ਕੋਈ ਕੋਵਿਡ ਕਰਕੇ ਮਰ ਰਿਹਾ ਜਾਂ ਹੋਰ ਕੋਈ ਮਰ ਰਿਹਾ, ਹਰ ਇੱਕ ਨੂੰ ਟੈਸਟ ਵੀ ਨਹੀਂ ਹੋ ਰਿਹਾ ਹੈਗਾ। ਇਹ ਜਿਹੜੀ ਮਿਸ ਇਨਫੋਰਮੇਸ਼ਨ ਹੈਗੀ ਹੈ ਮੇਰੇ ਖਿਆਲ ਇੰਡੀਆ ਤੋਂ ਵੀ ਕਾਫੀ ਆਪਣੀ ਕਮਿਊਨਿਟੀ ਵਿੱਚ ਆਈ ਹੈਗੀ ਹੈ, ਹੋਰ ਕੰਟਰੀਜ਼ ਤੋਂ ਵੀ, ਈਵਨ ਬ੍ਰਾਜ਼ੀਲ ਤੋਂ, ਸਾਊਥ ਅਮਰੀਕਾ ਤੋਂ ਇਹ ਚੀਜ਼ਾਂ ਫੈਲਾਈਆਂ ਜਾ ਰਹੀਆਂ ਨੇ ਕਿ ਇਹ ਤਾਂ ਇੱਕ ਫਲੂ ਦੀ ਤਰ੍ਹਾਂ ਹੈਗਾ, ਜਿਹੜਾ ਫਲੂ ਹੁੰਦਾ ਹੈਗਾ ਨਾਰਮਲ ਹਰ ਸਾਲ ਹੁੰਦਾ, ਉਵੇਂ ਹੀ ਫਲੂ ਦੀ ਪ੍ਰੋਬਲਮ ਵਰਗਾ ਹੈਗਾ। ਇਹਦੇ ਤੇ ਮੈਂ ਇਹ ਵੀ ਕਹਾਂਗਾ, ਹੁਣੇ ਮੈਂ ਕੱਲ ਹੀ ਆંકੜਾ ਦੇਖ ਰਿਹਾ ਸੀਗਾ ਕਿ ਵੀ ਅਮਰੀਕਾ ਦੀ ਜੇ ਆਪਾਂ ਗੱਲ ਕਰੀਏ, US ਦੀ ਗੱਲ ਕਰੀਏ, ਤੇ ਅਮਰੀਕਾ ਵਿੱਚ ਸਾਨੂੰ ਪਤਾ ਹੈ ਕਿ ਮੇਰੇ ਖਿਆਲ 3 ਲੱਖ ਤੋਂ ਵੀ ਜ਼ਿਆਦਾ ਲੋਕ ਜਿਹੜੇ ਹੈਗੇ ਨੇ ਮਰ ਚੁੱਕੇ ਹੈਗੇ ਨੇ, 3.5 ਲੱਖ ਦੇ ਕਰੀਬ ਮਰ ਚੁੱਕੇ ਹੈਗੇ ਨੇ। ਪਿਛਲੇ 9 ਸਾਲਾਂ ਵਿੱਚ ਜਿੰਨੀਆਂ ਫਲੂ ਦੇ ਨਾਲ ਡੈਥਸ ਹੋਈਆਂ ਸੀਗੀਆਂ 9 ਸਾਲਾਂ ਵਿੱਚ, ਉਸ ਤੋਂ ਵੀ ਜ਼ਿਆਦਾ ਡੈਥਸ ਕੋਵਿਡ ਕਰਕੇ 1 ਸਾਲ ਵਿੱਚ ਅਮਰੀਕਾ ਵਿੱਚ ਹੋ ਚੁੱਕੀ ਹੈਗੀ। ਆਪਾਂ ਇਹ ਨਹੀਂ ਸੋਚ ਸਕਦੇ ਕਿ ਇਹ ਖਾਲੀ ਫਲੂ ਹੈਗਾ ਤੇ ਉਹ ਹੋ ਜਾਵੇ ਤਾਂ ਚੰਗੀ ਗੱਲ ਹੈਗੀ ਹੈ, ਐਵੇਂ ਨਹੀਂ ਸੋਚ ਸਕਦੇ। ਬਿਲਕੁਲ ਸਰ, ਇਹ ਜਿਹੜਾ ਕੰਪੈਰੀਜ਼ਨ ਆ ਨਾ, ਸਾਨੂੰ ਅੱਗੇ ਵੀ ਕਈ ਵਾਰੀ ਸਵਾਲ ਆਉਂਦਾ ਹੈ ਕਿ ਇੱਥੇ ਆਪਾਂ ਬਾਰ-ਬਾਰ ਕਰੋਨਾ ਵਾਇਰਸ ਦੀ ਗੱਲ ਕਰ ਰਹੇ ਹਾਂ, ਪਰ ਇੰਡੀਆ ਦੇ ਵਿੱਚ ਜਿਸ ਤਰੀਕੇ ਨਾਲ ਉੱਥੇ ਪ੍ਰੋਟੈਸਟ ਹੋ ਰਹੇ ਨੇ, ਲੱਖਾਂ ਦੀ ਗਿਣਤੀ 'ਚ ਉੱਥੇ ਲੋਕੀ ਇਕੱਠੇ ਹੋਏ ਨੇ, ਉੱਥੇ ਕਿਉਂ ਨਹੀਂ ਕਰੋਨਾ ਵਾਇਰਸ ਛਾ ਰਿਹਾ ਹੈਗਾ, ਇੱਥੇ ਜ਼ਿਆਦਾ ਇੰਨੀ ਜਾਨਲੇਵਾ ਕਿਉਂ ਹੋ ਰਿਹਾ? ਜੀ,
ਮੇਰੇ ਖਿਆਲ ਇਹਦੇ ਵਿੱਚ ਵੀ ਆਪਾਂ 2 ਚੀਜ਼ਾਂ ਕਹਿ ਸਕਦੇ ਹੈਗੇ ਹਾਂ ਤਰਨਜੀਤ ਜੀ। ਇੱਕ ਤਾਂ ਕੁਛ ਮੌਸਮ ਦਾ ਤੇ ਇਨਡੋਰ ਰਹਿਣ ਦਾ ਵੀ ਫ਼ਰਕ ਹੈਗਾ। ਆਫ ਕੋਰਸ ਸਰਦੀਆਂ ਆਈਆਂ ਹੈਗੀਆਂ ਨੇ, ਇਸ ਕਰਕੇ ਵੀ ਕੋਰੋਨਾ ਵਾਇਰਸ ਇੱਥੇ ਜ਼ਿਆਦਾ ਹੋ ਰਿਹਾ ਹੈਗਾ, ਕਿਉਂਕਿ ਇਨਡੋਰ ਆਪਾਂ ਰਹਿੰਦੇ ਹੈਗੇ ਹਾਂ, ਕਿਉਂਕਿ ਠੰਡ ਬਹੁਤ ਜ਼ਿਆਦਾ ਹੈਗੀ ਹੈ। ਉੱਥੇ ਜੇ ਪ੍ਰੋਟੈਸਟ ਹੋ ਵੀ ਰਹੇ ਹੈਗੇ ਨੇ ਤੇ ਉਹ ਆਊਟਡੋਰ ਹੈਗੇ ਨੇ, ਤੇ ਸਾਨੂੰ ਪਤਾ ਹੈਗਾ ਕਿ ਕਿਸੇ ਨੂੰ ਕੋਰੋਨਾ ਵਾਇਰਸ ਹੈਗਾ ਤਾਂ ਵੀ ਉਹ 6 ਫੁੱਟ ਨਾ ਵੀ ਦੂਰ ਹੋਣ, ਤੇ ਜੇ ਓਪਨ 에ਅਰ ਹੋਵੇ ਤੇ ਵੈਸੇ ਹੀ ਹਵਾ ਵਿੱਚ ਉੱਡ ਜਾਣਾ ਹੈਗਾ ਉਹਨੇ, ਕੋਰੋਨਾ ਵਾਇਰਸ ਨੇ ਜਿਹੜਾ ਹੈਗਾ ਆਪਾਂ ਕਹਿ ਲਈਏ ਤਾਂ। ਤੇ ਇਸ ਕਰਕੇ ਵੀ ਫੈਲ ਘੱਟ ਰਿਹਾ ਹੈਗਾ। ਪਰ ਦੂਸਰੀ ਗੱਲ ਇਹ ਵੀ ਹੈਗੀ ਹੈ ਕਿ ਉਹਨਾਂ ਦੀ ਜਿਹੜੀ ਪਹਿਲੀ ਵੇਵ ਹੈਗੀ ਸੀ, ਜੇ ਇੰਡੀਆ ਦੀ ਪਹਿਲੀ ਵੇਵ ਆਪਾਂ ਦੇਖੀਏ ਤਾਂ ਹੁਣੇ ਹੀ ਥੱਲੇ ਆਣੀ ਸ਼ੁਰੂ ਹੀ ਹੋਈ ਸੀਗੀ, ਜਦੋਂ ਪ੍ਰੋਟੈਸਟ ਜਿਹੜੇ ਹੈਗੇ ਸੀ ਸ਼ੁਰੂ ਹੋਏ ਸੀ। ਜੇ ਵੇਵ ਦੇ ਪੀਕ ਤੇ ਆਪਾਂ ਕਰਦੇ ਜਾਂ ਉਸ ਤੋਂ ਪਹਿਲਾਂ ਕਰਦੇ, ਤੇ ਫਿਰ ਆਪਾਂ ਜ਼ਿਆਦਾ ਪ੍ਰੋਟੈਸਟ ਵਿੱਚ ਵੀ ਆਪਾਂ ਵਾਇਰਸ ਦੇ ਇਨਫੈਕਸ਼ਨ ਦੇਖਣੇ ਸੀਗੇ। ਮਤਲਬ ਕਿ ਜਦੋਂ ਉਹਨਾਂ ਦੇ ਜਿਹੜੀ ਫਸਟ ਵੇਵ ਦੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਦਈਏ ਇਨਫੈਕਸ਼ਨ ਰੇਟ ਘਟਣਾ ਸ਼ੁਰੂ ਹੋ ਗਿਆ ਸੀ, ਉਸ ਤੋਂ ਬਾਅਦ ਪ੍ਰੋਟੈਸਟ ਸ਼ੁਰੂ ਹੋਏ ਹੈਗੇ ਨੇ। ਮੈਨੂੰ ਉਮੀਦ ਹੈਗੀ ਹੈ ਕਿ ਇਹ ਪ੍ਰੋਟੈਸਟ ਜਿਹੜੇ ਹੈਗੇ ਨੇ, ਜਿਹੜੇ ਫਾਰਮਰਸ ਜਿਹੜੇ ਸਹੀ ਆਪਣੀ ਜੰਗ ਲੜ ਰਹੇ ਹੈਗੇ ਨੇ, ਮੈਨੂੰ ਉਮੀਦ ਹੈਗੀ ਹੈ ਕਿ ਵੀ ਜਲਦੀ ਤੋਂ ਜਲਦੀ ਇਹਦਾ ਸੋਲੂਸ਼ਨ ਹੋਵੇ ਤੇ ਉਹਨਾਂ ਦੇ ਹੱਕ ਵਿੱਚ ਹੋਵੇ, ਬਿਫੋਰ ਉਹਨਾਂ ਦੀ ਸੈਕੰਡ ਵੇਵ ਜਿਹੜੀ ਹੈਗੀ ਹੈ ਸ਼ੁਰੂ ਹੋ ਜਾਵੇ, ਤਾਂ ਕਿ ਆਪਣੇ ਜਿਹੜੇ ਫਾਰਮਰਸ ਹੈਗੇ ਨੇ ਉਹ ਠੀਕ ਰਹਿ ਸਕਣ। ਬਿਲਕੁਲ। ਸਿੰਪਟਮਸ ਦੀ ਜੇ ਗੱਲ ਕੀਤੀ ਜਾਵੇ, ਸਟਾਰਟਿੰਗ ਦੇ ਵਿੱਚ ਜਦੋਂ ਅਰਲੀ ਸਟੇਜ ਸੀ ਉਦੋਂ ਸਿੰਪਟਮਸ ਕਈ ਅਲੱਗ-ਅਲੱਗ ਦੱਸੇ ਗਏ ਸੀ ਕਿ ਬੁਖਾਰ ਹੋ ਸਕਦਾ ਆ, ਫੀਵਰ ਹੋ ਸਕਦਾ ਆ, ਤੁਹਾਨੂੰ ਗਲਾ ਖਰਾਬ ਹੋ ਸਕਦਾ, ਅਜਿਹੇ ਸਿੰਪਟਮਸ ਦਿੱਤੇ ਗਏ। ਸਮੇਂ-ਸਮੇਂ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਸਿੰਪਟਮਸ ਦੇ ਵਿੱਚ ਵੀ ਚੇਂਜਸ ਆ ਸਕਦੇ ਆ, ਹੋ ਸਕਦਾ ਤੁਹਾਨੂੰ ਕਿਸੇ ਚੀਜ਼ ਦੀ ਸਮੈਲ ਆਉਣੀ ਬੰਦ ਹੋ ਜਾਏ ਜਾਂ ਤੁਹਾਨੂੰ ਟੇਸਟ ਆਉਣਾ ਬੰਦ ਹੋ ਜਾਏ। ਹੁਣ ਇਹ ਕਿਹਾ ਜਾ ਰਿਹਾ ਕਿ ਹੋ ਸਕਦਾ ਤੁਹਾਨੂੰ ਕੋਈ ਸਿੰਪਟਮ ਵੀ ਸ਼ੋ ਨਾ ਹੋਵੇ ਪਰ ਤੁਸੀਂ ਕਰੋਨਾ ਵਾਇਰਸ ਤੋਂ ਪੀੜਿਤ ਹੋਵੋ, ਫਿਰ ਅਜਿਹੇ ਵਿੱਚ ਕਿਵੇਂ ਪਤਾ ਲੱਗੇ ਕਿ ਤੁਹਾਨੂੰ ਕਰੋਨਾ ਵਾਇਰਸ ਹੈ ਜਾਂ ਨਹੀਂ ਹੈ? ਜੀ, ਪ੍ਰੋਬਲਮ ਇਹੀ ਹੈਗੀ ਆ ਵਾਇਰਸ ਦੀ, ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਜਿਹੜੀ ਹੈਗੀ ਆ, ਜਿਹੜੀ ਤੁਸੀਂ ਗੱਲ ਕੀਤੀ ਹੈ ਤਰਨਜੀਤ ਜੀ, ਕਿ ਵੀ ਬਿਨਾਂ ਸਿੰਪਟਮ ਦੇ ਵੀ ਇੱਕ ਤੋਂ ਦੂਜੇ ਤੱਕ ਪਹੁੰਚ ਸਕਦਾ ਹੈਗਾ। ਚਲਾਕ ਇੰਨਾ ਵਾਇਰਸ ਹੈਗਾ ਕਿ ਇਨਫੈਕਟ ਸਟੱਡੀਜ਼ ਸ਼ੋ ਕਰਦੀਆਂ ਨੇ, ਰਿਸਰਚ ਸ਼ੋ ਕਰਦੀ ਹੈਗੀ ਹੈ ਕਿ 50% ਤੋਂ ਵੀ ਜ਼ਿਆਦਾ ਲੋਕ ਜਿਹੜੇ ਇਨਫੈਕਟ ਹੁੰਦੇ ਹੈਗੇ ਨੇ, ਉਹਨਾਂ ਨੂੰ ਜਿਨ੍ਹਾਂ ਤੋਂ ਇਨਫੈਕਟ ਹੁੰਦੇ ਹੈਗੇ ਨੇ ਉਹਨਾਂ ਕੋਈ ਸਿੰਪਟਮ ਨਹੀਂ ਹੁੰਦਾ, ਤੇ ਮਤਲਬ ਕਿ ਉਹਨਾਂ ਨੂੰ ਕੋਈ ਲੱਛਣ ਨਹੀਂ ਹੁੰਦਾ। ਆਪਾਂ ਕਹਿੰਦੇ ਆ ਉਹ ਮੇਰਾ ਦੋਸਤ ਹੈਗਾ, ਉਹਨਾਂ ਨੂੰ ਆਪਾਂ 6 ਮਹੀਨੇ ਤੋਂ ਮਿਲੇ ਨਹੀਂ ਹੈਗੇ, ਚਲੋ ਛੁੱਟੀ ਆ ਰਹੀ ਹੈਗੀ ਆ, ਆਪਾਂ ਮਿਲ ਲੈਂਦੇ ਹੈਗੇ ਆ, ਉਹ ਠੀਕ ਹੈਗਾ, ਉਹਨੂੰ ਬੁਖਾਰ ਨਹੀਂ ਹੈਗਾ, ਈਵਨ ਟੈਂਪਰੇਚਰ ਵੀ ਚੈੱਕ ਕਰ ਲੈਂਦੇ ਹੈਗੇ ਆ, ਟੈਂਪਰੇਚਰ ਵੀ ਨਹੀਂ ਹੈਗਾ। ਫਿਰ ਵੀ 50% ਤੋਂ ਵੀ ਜ਼ਿਆਦਾ ਜਿਹੜੇ ਹੈਗੇ ਨੇ ਕੇਸ ਜਿਹੜੇ ਇਸੇ ਤਰ੍ਹਾਂ ਹੀ ਫੈਲ ਰਹੇ ਹੈਗੇ ਨੇ, ਬਿਨਾਂ ਕੋਈ ਬੁਖਾਰ ਦੇ, ਬਿਨਾਂ ਕੋਈ ਖਾਂਸੀ ਦੇ। ਇਸੇ ਲਈ ਹੀ ਸਾਨੂੰ ਰੋਕਥਾਮ ਵਾਸਤੇ ਕੀ ਜ਼ਰੂਰੀ ਹੈਗਾ, ਇਹ ਨਹੀਂ ਪੁੱਛਣਾ ਜ਼ਰੂਰੀ ਕਿ ਤੁਸੀਂ ਠੀਕ ਹੈਗੇ ਹੋ ਕਿ ਨਹੀਂ ਹੈਗੇ। ਡਾਕਟਰ ਬਜਾਜ ਪ੍ਰੋਗਰਾਮ ਦੇ ਅਖੀਰ 'ਚ ਜੇ ਗੱਲ ਕਰੀਏ ਕਰੋਨਾ ਵਾਇਰਸ ਤੋਂ ਬਚਾਅ ਦੀ, ਤਾਂ ਬਚਾਅ ਕਿੱਦਾਂ ਰੱਖੀਏ, ਕਿਉਂਕਿ ਮਾਮਲੇ ਲਗਾਤਾਰ ਵੱਧ ਰਹੇ ਨੇ, ਅੰਕੜੇ ਲਗਾਤਾਰ ਵੱਧ ਰਹੇ ਨੇ? ਜੀ, ਸੋ ਜਿਵੇਂ ਡਗ ਫੋਰਡ ਸਾਡੇ ਪ੍ਰੀਮੀਅਰ ਨੇ ਕਿਹਾ ਹੈਗਾ ਹੁਣ ਕਿ ਬਈ ਸਟੇ ਹੋਮ ਐਂਡ ਸੇਵ ਲਾਈਵਸ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਵੀ ਆਪਾਂ ਨੂੰ ਐਵੇਂ ਨਾ ਹੋਵੇ ਕਿ ਕਰੋਨਾ ਵਾਇਰਸ ਦੇ ਆંકੜੇ ਇਸੇ ਤਰ੍ਹਾਂ ਹੀ ਵੱਧਦੇ ਜਾਣ, ਆਈਸੀਯੂ ਵਿੱਚ ਮਰੀਜ਼ ਵੱਧਦੇ ਜਾਣ, ਫਿਰ ਸਾਨੂੰ ਆਈਸੀਯੂ ਦੇ ਬੈੱਡ ਪੂਰੇ ਨਾ ਪੈਣ। ਤੇ ਇਸ ਲਈ ਜ਼ਰੂਰੀ ਹੈਗਾ ਵੀ ਆਪਾਂ ਘਰ ਹੀ ਰਹੀਏ, ਘਰ ਤੋਂ ਬਾਹਰ ਨਾ ਜਾਈਏ। ਜਿਵੇਂ ਆਪਾਂ ਸੋਚੀਏ ਐਮਰਜੈਂਸੀ ਮਾਰਚ ਅਪ੍ਰੈਲ ਵਿੱਚ ਆਪਾਂ ਕਰੋਨਾ ਵਾਇਰਸ ਦੇ ਕੇਸਿਸ ਨੂੰ ਥਮਾਤਾ ਸੀਗਾ, ਉਹਨੂੰ ਕੂਲ ਡਾਊਨ ਕਰਤਾ ਸੀਗਾ, ਉਵੇਂ ਹੀ ਆਪਾਂ ਹੁਣ ਵੀ ਕਰਨ ਦੀ ਜ਼ਰੂਰਤ ਹੈਗੀ ਹੈ। ਜੀ ਸਰ, ਗੱਲ ਕਰਾਂਗੇ ਜੀ, ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਤੁਸੀਂ ਸੀਨੀਅਰ ਸੈਂਟਰਾਂ 'ਚ ਤਾਂ ਭੇਜਦੇ ਹੈਗੇ ਟੀਕੇ, ਜਿਹੜੇ ਘਰਾਂ 'ਚ ਬਜ਼ੁਰਗ ਰਹਿੰਦੇ ਉਹਨਾਂ ਦਾ ਕੀ ਪ੍ਰੋਗਰਾਮ, ਕਦੋਂ ਉਹਨਾਂ ਦੀ ਟਰਨ ਆਉਣੀ? ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਓਕੇ ਜੀ। ਜੀ ਸਰ, ਬਹੁਤ ਹੀ ਵਧੀਆ, ਐਂਡ ਆਮ ਹੈਪੀ ਕਿ ਲੋਕੀ ਪੁੱਛ ਰਹੇ ਹੈਗੇ ਨੇ ਕਦੋਂ ਸਾਨੂੰ ਮਿਲਣਾ ਹੈਗਾ ਟੀਕਾ, ਕਿਉਂਕਿ ਬਹੁਤ ਹੀ ਜ਼ਰੂਰੀ ਹੈਗਾ। ਇਸੇ ਤਰ੍ਹਾਂ ਹੀ ਟੀਕੇ ਨਾਲ ਹੀ ਇਹਦਾ ਬਿਮਾਰੀ ਦਾ, ਪੈਂਡੈਮਿਕ ਦਾ ਖਾਤਮਾ ਹੋਣਾ ਹੈਗਾ। ਜਦੋਂ ਸਾਰਿਆਂ ਨੂੰ ਟੀਕੇ ਲੱਗ ਜਾਣਗੇ ਤਾਂ ਹੀ ਇਹ ਠੀਕ ਬਿਮਾਰੀ ਜਿਹੜੀ ਹੈਗੀ ਹੈ ਫਿਰ ਫੈਲਣ ਤੋਂ ਰੁਕ ਸਕੇਗੀ। ਪਰ ਉਦੋਂ ਤੱਕ ਜਿਵੇਂ ਆਪਾਂ ਗੱਲ ਕਰ ਰਹੇ ਸੀ ਤਰਨਜੀਤ ਜੀ, ਆਪਾਂ ਨੂੰ ਜਿਹੜੇ ਐਮਰਜੈਂਸੀ ਦੇ ਰੂਲਸ ਹੈਗੇ ਨੇ, ਐਮਰਜੈਂਸੀ ਜਿਹੜੀ ਲਗਾਈ ਹੈਗੀ ਉਹਦੇ ਰੂਲਸ ਫੋਲੋ ਕਰਨ ਦੀ ਜ਼ਰੂਰਤ ਹੈਗੀ ਹੈ, ਤਾਂ ਕਿ ਉਦੋਂ ਤੱਕ ਅਸੀਂ ਟਾਈਮ ਤੱਕ ਪਹੁੰਚ ਸਕੀਏ, ਠੀਕ ਠਾਕ ਪਹੁੰਚ ਸਕੀਏ, ਤੇ ਇਹਨੂੰ ਜਿਹੜੇ ਹੁਣ ਕਰੋਨਾ ਵਾਇਰਸ ਦੇ ਇਨਫੈਕਸ਼ਨ ਹੋ ਰਹੇ ਨੇ ਉਹਨਾਂ ਨੂੰ ਥਮਾ ਸਕੀਏ। ਹੁਣ ਕਰੋਨਾ ਵਾਇਰਸ ਦੇ ਜਿਹੜੇ ਵੈਕਸੀਨ ਦੀ ਜੇ ਆਪਾਂ ਗੱਲ ਕਰੀਏ ਤਾਂ ਉਮੀਦ ਹੈਗੀ ਹੈ ਕਿ ਜਿਹੜੇ ਨਰਸਿੰਗ ਹੋਮਸ ਜਿਹੜੇ ਓਨਟਾਰੀਓ ਵਿੱਚ ਹੈਗੇ ਨੇ, ਸਪੈਸ਼ਲੀ ਜਿਹੜੇ ਹੌਟ ਜ਼ੋਨ ਵਿੱਚ ਹੈਗੇ ਨੇ, ਟੋਰਾਂਟੋ ਵਿੱਚ ਹੈਗੇ ਨੇ, ਪੀਲ ਰੀਜਨ ਵਿੱਚ ਹੈਗੇ ਨੇ, ਉਹਨਾਂ ਨੂੰ ਕਿਹਾ ਜਾ ਰਿਹਾ ਹੈਗਾ ਕਿ ਅਗਲੇ 10 ਦਿਨਾਂ ਦੇ ਅੰਦਰ ਅੰਦਰ ਸਾਰੇ ਨਰਸਿੰਗ ਹੋਮ ਉਹ ਕਵਰ ਕਰ ਲੈਣਗੇ। ਸਾਰੇ ਨਰਸਿੰਗ ਹੋਮ ਦੇ ਰੈਜ਼ੀਡੈਂਟਸ ਨੂੰ, ਡਾਕਟਰਸ ਨੂੰ, ਕੇਅਰ ਵਰਕਰਸ ਨੂੰ, ਈਵਨ
ਜਿਹੜੇ ਐਸੈਂਸ਼ੀਅਲ ਜਿਹੜੇ ਫੈਮਿਲੀ ਮੈਂਬਰਸ ਜਿਹੜੇ ਆਪਣੇ ਬਜ਼ੁਰਗਾਂ ਵਾਸਤੇ ਨਰਸਿੰਗ ਹੋਮ ਵਿੱਚ ਕੰਮ ਕਰਦੇ ਹੈਗੇ ਨੇ, ਉਹਨਾਂ ਦੀ ਕੇਅਰ ਕਰਦੇ ਹੈਗੇ ਨੇ, ਉਹਨਾਂ ਨੂੰ ਵੀ ਲਗਾ ਰਹੇ ਹੈਗੇ ਨੇ। ਤੇ ਨਾਲ ਹਸਪੀਟਲਸ ਵਿੱਚ ਜਿਹੜੇ ਲੋਕ ਹਸਪੀਟਲ ਵਿੱਚ ਕੰਮ ਕਰਦੇ ਨੇ, ਇਮਰਜੈਂਸੀ ਵਿੱਚ ਕੰਮ ਕਰਦੇ ਨੇ ਜਾਂ ਫਿਰ ਆਈਸੀਯੂ ਵਿੱਚ ਕੰਮ ਕਰਦੇ ਨੇ, ਉਹਨਾਂ ਨੂੰ ਵੀ ਲੱਗਣੇ ਟੀਕੇ ਜਿਹੜੇ ਵੈਕਸੀਨ ਦੇ ਹੈਗੇ ਨੇ ਉਹ ਸ਼ੁਰੂ ਹੋ ਗਏ ਹੈਗੇ ਨੇ। ਤੇ ਉਸ ਤੋਂ ਬਾਅਦ ਇਸ ਅਗਲੇ 2 ਮਹੀਨੇ 3 ਮਹੀਨਿਆਂ ਵਿੱਚ ਮਾਰਚ ਤੱਕ ਉਹਨਾਂ ਨੇ ਕਿਹਾ ਹੈਗਾ ਕਿ ਸਾਰੇ ਜਿਹੜੇ ਹੈਲਥ ਕੇਅਰ ਵਰਕਰਸ ਹੈਗੇ ਨੇ ਓਨਟਾਰੀਓ ਵਿੱਚ, ਉਹਨਾਂ ਨੂੰ ਇਹ ਟੀਕੇ ਜਿਹੜੇ ਹੈਗੇ ਨੇ ਲੱਗਣੇ ਲੱਗ ਜਾਣਗੇ। ਉਮੀਦ ਐਵੇਂ ਜਤਾਈ ਜਾ ਰਹੀ ਹੈਗੀ ਆ। ਪੂਰੇ ਕੈਨੇਡਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਉਦੋਂ ਤੱਕ ਮਾਰਚ ਤੱਕ ਅਰਾਊਂਡ 6 ਮਿਲੀਅਨ ਜਿਹੜੇ ਟੀਕੇ ਉਹਨਾਂ ਨੇ ਕਿਹਾ ਹੈਗਾ ਕਿ ਆਣਗੇ, ਤੇ 3 ਮਿਲੀਅਨ ਲੋਕਾਂ ਨੂੰ ਮਤਲਬ ਕਿ ਮਿਲ ਸਕਦੇ ਹੈਗੇ ਨੇ ਉਦੋਂ ਤੱਕ ਮਾਰਚ ਤੱਕ। ਉਸ ਤੋਂ ਬਾਅਦ ਪਬਲਿਕ ਦੀ ਆਪਾਂ ਉਹਨਾਂ ਨੇ ਕਿਹਾ ਹੈਗਾ ਓਨਟਾਰੀਓ ਵਿੱਚ ਵੀ, ਹੋਰ ਪ੍ਰੋਵਿੰਸਸ ਵਿੱਚ ਵੀ ਅਪ੍ਰੈਲ ਤੋਂ ਬਾਅਦ ਜਿਹੜੇ ਹੈਗੇ ਨੇ ਉਹ ਏਜ ਦੇ ਹਿਸਾਬ ਨਾਲ ਫਿਰ ਟੀਕੇ ਦੇਣੇ ਸ਼ੁਰੂ ਕਰਨਗੇ। ਹੋ ਸਕਦਾ ਹੈ ਕਿ 80 ਸਾਲ ਤੋਂ ਉੱਪਰ ਵਾਲਿਆਂ ਨੂੰ ਪਹਿਲਾਂ ਦੇਣਗੇ, ਫਿਰ 70 ਤੋਂ 80 ਸਾਲ ਤੋਂ ਬਾਅਦ, ਮਤਲਬ ਮਾਰਚ ਅਪ੍ਰੈਲ ਵਿੱਚ ਸਾਰੇ ਆਪਣੇ ਬਜ਼ੁਰਗਾਂ ਨੂੰ ਟੀਕੇ ਉਦੋਂ ਆਪਾਂ ਕਹਿ ਸਕਦੇ ਹੈਗੇ ਆ ਕਿ ਖੁੱਲੇ ਮਿਲਣੇ ਸ਼ੁਰੂ ਹੋ ਜਾਣਗੇ। ਹੁਣ ਇਹ ਟੀਕੇ ਕਿੱਥੇ ਮਿਲਦੇ ਹੈਗੇ ਨੇ? ਫਾਰਮੇਸੀਆਂ ਵਿੱਚ ਮਿਲਦੇ ਨੇ, ਡਾਕਟਰ ਆਫਿਸ ਮਿਲਦੇ, ਹਸਪੀਟਲ ਮਿਲਦੇ ਹੈਗੇ। ਇਹ ਹਾਲੇ ਸਾਨੂੰ ਦੱਸਿਆ ਨਹੀਂ ਗਿਆ ਹੈਗਾ, ਪਰ ਉਮੀਦ ਹੈਗੀ ਹੈ ਕਿ ਬਿਲਕੁਲ ਹਰ ਇੱਕ ਜਗ੍ਹਾ ਤੁਸੀਂ ਕਿੱਥੇ ਵੀ ਜਗ੍ਹਾ ਜਾ ਕੇ ਆਪਣੀ ਟੀਕੇ ਉਦੋਂ ਲਗਵਾ ਸਕੋਗੇ। ਪਰ ਅਗੇਨ ਸਾਨੂੰ ਇਹ ਹੁਣ ਲਾਈਟ ਤਾਂ ਨਜ਼ਰ ਆ ਰਹੀ ਹੈਗੀ ਆ ਅਪ੍ਰੈਲ ਮਈ ਦੀ ਜਿਹੜੀ ਆਪਾਂ ਗੱਲ ਕਰ ਰਹੇ ਹੈਗੇ, ਪਰ ਉਦੋਂ ਤੱਕ ਆਪਾਂ ਨੂੰ ਰੋਕਥਾਮ ਦੀ ਜ਼ਰੂਰਤ ਹੈਗੀ ਹੈ, ਪ੍ਰੀਵੈਂਸ਼ਨ ਦੀ ਜ਼ਰੂਰਤ ਹੈਗੀ ਹੈ। ਤੇ ਆਪਾਂ ਜੇ ਬਚ ਕੇ ਰਵਾਂਗੇ, ਸਾਰਿਆਂ ਨੂੰ ਬਚਾ ਕੇ ਰੱਖਾਂਗੇ, ਤਾਂ ਆਪਾਂ ਅਪ੍ਰੈਲ ਮਈ ਵਿੱਚ ਫਿਰ ਸਾਰਿਆਂ ਨੂੰ ਟੀਕੇ ਲਗਾਉਣੇ ਸ਼ੁਰੂ ਕਰ ਸਕਦੇ। ਬਿਲਕੁਲ ਜੀ। ਤੇ ਸਰ ਹੁਣ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ, ਤੇ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ? ਜੀ, ਸੋ ਸਭ ਆਪਾਂ ਫੋਲੋ ਕਰੀਏ ਰੂਲਸ ਜਿਹੜੇ ਹੈਗੇ ਨੇ, ਉਹ ਫੋਲੋ ਕਰਨ ਵਾਸਤੇ ਬਣਾਏ ਗਏ ਨੇ, ਆਪਣੇ ਵਾਸਤੇ ਬਣਾਏ ਗਏ ਨੇ। ਐਵੇਂ ਹਾਲੇ ਵੀ ਇੱਥੇ ਕਰਫਿਊ ਨਹੀਂ ਲੱਗਿਆ ਹੈਗਾ, ਜਿਵੇਂ ਕਾਫੀ ਕੁਬੈਕ ਵਿੱਚ ਲੱਗ ਗਿਆ ਹੈਗਾ, ਇੰਡੀਆ ਵਿੱਚ ਲੱਗਿਆ ਸੀਗਾ ਜਦੋਂ ਪਹਿਲੀ ਵੇਵ ਆਈ ਸੀ। ਹਾਲੇ ਵੀ ਇੱਥੇ ਕਰਫਿਊ ਨਹੀਂ ਲੱਗਿਆ, ਹਾਲੇ ਵੀ ਆਪਾਂ ਫ੍ਰੀ ਹੈਗੇ ਆ। ਐਵੇਂ ਨਾ ਹੋਵੇ, ਨੌਬਤ ਨਾ ਆਵੇ ਕਿ ਅਸੀਂ ਹਾਲੇ ਵੀ ਨਾ ਫੋਲੋ ਕਰ ਸਕੀਏ ਤੇ ਅਗਲੇ ਮਹੀਨੇ ਫਿਰ ਇੱਥੇ ਵੀ ਕਰਫਿਊ ਲਗਾਉਣਾ ਪਵੇ। ਇਸ ਕਰਕੇ ਵੀ ਜ਼ਰੂਰੀ ਹੈਗਾ ਕਿ ਆਪਾਂ ਸਾਰੇ ਰੂਲਸ ਨੂੰ ਫੋਲੋ ਕਰੀਏ, ਤੇ ਜੇ ਕੋਈ ਰੂਲ ਨਹੀਂ ਫੋਲੋ ਕਰ ਰਿਹਾ ਹੈਗਾ ਉਹਨਾਂ ਨੂੰ ਵੀ ਸਮਝਾਈਏ ਕਿ ਰੂਲਸ ਫੋਲੋ ਕਰਨੇ ਕਿਉਂ ਜ਼ਰੂਰੀ ਹੈ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਹਮੇਸ਼ਾ ਪ੍ਰੋਗਰਾਮ 'ਚ ਸਾਡਾ ਸਾਥ ਦਿੰਦੇ ਹੋ ਤੇ ਸਾਡੇ ਦਰਸ਼ਕਾਂ ਦੇ ਵੀ ਸਵਾਲਾਂ ਦੇ ਵੀ ਜਵਾਬ ਦਿੰਦੇ ਹੋ ਤੇ ਉਹਨਾਂ ਨੂੰ ਜਾਣਕਾਰੀ ਵੀ ਦਿੰਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਇਹ ਸਨ ਜੀ ਡਾਕਟਰ ਹਰਪ੍ਰੀਤ ਸਿੰਘ ਬਜਾਜ, ਜੋ ਕਿ ਸਾਡੇ ਨਾਲ ਹਰ ਮੰਗਲਵਾਰ ਨੂੰ ਜੁੜਦੇ ਨੇ ਟੋਰਾਂਟੋ ਸਮੇਂ ਦੇ ਮੁਤਾਬਿਕ 7 ਤੋਂ ਲੈ ਕੇ 8 ਵਜੇ ਤੱਕ। ਤੁਹਾਡਾ ਕੋਈ ਸਵਾਲ ਹੁੰਦਾ ਸਿਹਤ ਸੰਬੰਧੀ, ਤੁਸੀਂ ਡਾਕਟਰ ਹਰਪ੍ਰੀਤ ਬਜਾਜ ਨੂੰ ਪੁੱਛ ਸਕਦੇ ਹੋ। ਫਿਲਹਾਲ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਦੇਸ਼ ਦੁਨੀਆ ਬੁਲੇਟਿਨ ਤੇ 9 ਵਜੇ ਹਾਜ਼ਰ ਹੋਣਗੇ ਲੈ ਕੇ ਸੁਣ ਲੈ ਸਰਕਾਰੇ। ਦੇਖਦੇ ਰਹੋ ਹਮਦਰ ਟੀਵੀ। ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।